हाँ जी दोस्तों, स्वागत है ਤੁਹਾਡੇ ਆਪਣੇ ਚੈਨਲ ਗਗਨ ਐਜੂਕੇਸ਼ਨ ਹੋਮ ਦੇ ਉੱਪਰ। ਅੱਜ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਸਾਹਮਣੇ ਇੱਕ ਨਵਾਂ ਚੈਪਟਰ ਕਲਾਸ 9th ਦਾ, ਇੰਡੀਆ ਡਰੇਨੇਜ ਸਿਸਟਮ, ਭਾਰਤ ਨਦੀ ਤੰਤਰ। ਇਸ ਲੈਸਨ ਦੇ ਵਿੱਚ ਦੋਸਤੋ ਅਸੀਂ ਭਾਰਤ ਦੀਆਂ ਨਦੀਆਂ ਬਾਰੇ ਅਤੇ ਭਾਰਤ ਦੇ ਨਦੀ ਤੰਤਰ ਬਾਰੇ ਵਿਸਥਾਰ ਦੇ ਵਿੱਚ ਜਾਣਾਂਗੇ ਅਤੇ ਸਾਰੇ ਜਿਹੜੇ ਸਬ ਡਰੇਨੇਜ ਸਿਸਟਮ ਹੈ ਇੰਡੀਆ ਦਾ, ਉਸ ਦੀ ਅਸੀਂ ਡਿਟੇਲ ਦੇ ਵਿੱਚ ਡਿਸਕਸ਼ਨ ਅੱਜ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਲੈਸਨ, ਇੰਡੀਆ ਡਰੇਨੇਜ ਸਿਸਟਮ। ਤਾਂ ਹਾਂਜੀ, ਸਭ ਤੋਂ ਪਹਿਲਾਂ ਅਸੀਂ ਇੰਟਰੋਡਕਸ਼ਨ ਤੋਂ ਹੀ ਸ਼ੁਰੂ ਕਰਾਂਗੇ, ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਲ ਪ੍ਰਵਾਹ ਦਾ ਕੀ ਮੀਨਿੰਗ ਹੈ, ਡਰੇਨੇਜ ਤੋਂ ਕੀ ਭਾਵ ਹੈ। ਤਾਂ ਕਿਸੇ ਇਲਾਕੇ ਵਿੱਚ ਜਿਹੜੀਆਂ ਵਹਿਣ ਵਾਲੀਆਂ ਨਦੀਆਂ ਹੁੰਦੀਆਂ ਨੇ ਅਤੇ ਨਹਿਰਾਂ ਹੁੰਦੀਆਂ ਨੇ, ਉਹਨਾਂ ਦੇ ਅਸੀਂ ਜਾਲ ਨੂੰ ਜਲ ਪ੍ਰਵਾਹ ਕਹਿ ਦਿੰਦੇ ਹਾਂ। ਕਿਸੇ ਵੀ ਇਲਾਕੇ ਦੇ ਵਿੱਚ ਜਿਹੜੀਆਂ ਵੀ ਨਦੀਆਂ ਵਹਿੰਦੀਆਂ ਨੇ, ਉਹਨਾਂ ਦਾ ਜਿਹੜਾ ਇੱਕ ਜਾਲ ਬਣਦਾ ਹੈਗਾ, ਉਸ ਨੂੰ ਅਸੀਂ ਕੀ ਕਹਿ ਦਿੰਦੇ ਹੈਗੇ ਜੀ, ਜਲ ਪ੍ਰਵਾਹ ਕਹਿ ਦਿੰਦੇ ਹਾਂ। ਮੰਨ ਲਓ ਇਹ ਕੁਝ ਨਦੀਆਂ ਨੇ, ਜਿਵੇਂ ਇਹ ਕੋਈ ਨਦੀ ਜਾ ਰਹੀ ਹੈ, ਇਸ ਤਰ੍ਹਾਂ ਨਾਲ ਇੱਕ ਨਦੀ ਜਾ ਰਹੀ ਹੈ, ਇੱਕ ਇਹ ਜਾ ਰਹੀ ਹੈ, ਇਹਦੇ ਵਿੱਚ ਕਈ ਸਾਰੀਆਂ ਟ੍ਰਿਬਿਊਟਰੀਜ਼ ਨੇੜੀਆਂ ਸਹਾਇਕ ਨਦੀਆਂ, ਉਹ ਮੇਨ ਮੁੱਖ ਨਦੀਆਂ ਦੇ ਵਿੱਚ ਜਾ ਕੇ ਮਿਲਦੀਆਂ ਰਹਿੰਦੀਆਂ ਨੇ। ਤਾਂ ਇਹ ਸਾਰਾ ਜਿਹੜਾ ਖੇਤਰ ਹੋਊਗਾ, ਅਸੀਂ ਇਸ ਨੂੰ ਜਲ ਪ੍ਰਵਾਹ ਖੇਤਰ ਕਹਾਂਗੇ, ਇਸ ਭਾਵ ਡਰੇਨੇਜ ਸਿਸਟਮ। ਤਾਂ ਇੰਡੀਆ ਦੇ ਵਿੱਚ ਜਿੰਨੀਆਂ ਵੀ ਨਦੀਆਂ ਅਤੇ ਨਹਿਰਾਂ ਵਹਿੰਦੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਉਹਨਾਂ ਦਾ ਸਾਰਿਆਂ ਦਾ ਜਿਹੜਾ ਇੱਕ ਜਾਲ ਬਣਦਾ ਹੈਗਾ, ਉਸ ਨੂੰ ਅਸੀਂ ਡਰੇਨੇਜ ਸਿਸਟਮ ਕਹਿ ਦਿੰਦੇ ਹਾਂ, ਜਲ ਪ੍ਰਵਾਹ ਕਹਿ ਦਿੰਦੇ ਹੈਗੇ। ਭਾਰਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਵੱਡੀਆਂ ਨਦੀਆਂ ਨੇਗੀਆਂ, ਉਹ ਵਹਿੰਦੀਆਂ ਨੇ। ਅਨੇਕਾਂ ਨਦੀਆਂ ਨੇ ਜਿਨ੍ਹਾਂ ਦੀ ਗਿਣਤੀ ਸ਼ਾਇਦ ਨਹੀਂ ਕੀਤੀ ਜਾ ਸਕਦੀ। ਜਲ ਪ੍ਰਵਾਹ ਬਾਰੇ ਕੁਝ ਤੱਥ ਨੇ ਜਿਹੜੇ ਕਿ ਸਾਡੇ ਸਟੂਡੈਂਟਸ ਲਈ ਸਮਝਣੇ ਬਹੁਤ ਜ਼ਰੂਰੀ ਨੇਗੇ। ਉਹਦੇ ਵਿੱਚੋਂ ਕੁਝ ਟੌਪਿਕਸ ਨੇ, ਕੁਝ ਟਰੈਂਡਿੰਗ ਟੌਪਿਕਸ ਨੇ, ਜਿਵੇਂ ਕਿ ਦੁਆਬ। ਅਸੀਂ ਕਾਫੀ ਮਾਤਰਾ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਕਾਫੀ ਥਾਵਾਂ 'ਤੇ ਸਾਨੂੰ ਦੇਖਣ ਨੂੰ ਮਿਲਦਾ, ਪੜ੍ਹਨ ਨੂੰ ਮਿਲਦਾ। ਦੁਆਬ ਤੋਂ ਕੀ ਭਾਵ ਹੈ, ਜਾਂ ਜਲ ਵਿਭਾਜਕ, ਜਿਵੇਂ ਕਿ ਅਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਦੁਆਬਾ, ਠੀਕ ਹੈ ਜੀ। ਤਾਂ ਜਲ ਵਿਭਾਜਕ ਕੀ ਹੁੰਦਾ ਹੈਗਾ, ਸਟੂਡੈਂਟ ਨੂੰ ਇਸ ਦੇ ਵਿੱਚ ਸਮੱਸਿਆ ਰਹਿੰਦੀ ਹੈ ਕਿ ਇਹ ਦਾ ਮੀਨਿੰਗ ਕੀ ਹੈ ਐਕਚੁਅਲ। ਤਾਂ ਅਸੀਂ ਇਹਨਾਂ ਸ਼ਬਦਾਂ ਦੇ ਅੱਜ ਪਹਿਲਾਂ ਮੀਨਿੰਗ ਬਾਰੇ ਜਾਣਾਂਗੇ। ਤਾਂ ਦੁਆਬ, ਸਭ ਤੋਂ ਪਹਿਲਾਂ ਦੁਆਬ ਜਿਹੜਾ ਸ਼ਬਦ ਹੈ, ਉਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ, ਦੋ ਆਬ। ਆਬ ਦਾ ਭਾਵ ਹੈ ਪਾਣੀ, ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਤਾਂ ਦੋ ਦਰਿਆਵਾਂ ਦੇ ਵਿਚਕਾਰਲਾ ਜਿਹੜਾ ਖੇਤਰ ਹੁੰਦਾ, ਉਸ ਨੂੰ ਦੁਆਬ ਕਿਹਾ ਜਾਂਦਾ ਹੈ। ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ, ਦੁਆਬ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਜਲ ਵਿਭਾਜਕ ਦੀ। ਕੋਈ ਵੀ ਉੱਚਾ ਖੇਤਰ, ਜਿਵੇਂ ਕੋਈ ਪਰਬਤ ਹੋ ਗਿਆ ਜਾਂ ਕੋਈ ਉੱਚੀ ਭੂਮੀ ਹੋ ਗਿਆ, ਜਿਹੜੀ ਕਿ ਦੋ ਜਲ ਪ੍ਰਵਾਹਾਂ ਨੂੰ ਵੰਡਦੀ ਹੋਵੇ, ਉਸ ਨੂੰ ਜਲ ਵਿਭਾਜਕ ਕਿਹਾ ਜਾਂਦਾ ਹੈ। ਮੰਨ ਲਓ ਦੋ ਤਰ੍ਹਾਂ ਦੇ ਜਲ ਪ੍ਰਵਾਹ ਨੇ, ਡਰੇਨੇਜ ਸਿਸਟਮ ਨੇਗੇ, ਉਹ ਚੱਲ ਰਹੇ ਨੇ। ਉਹਨਾਂ ਦੇ ਵਿਚਕਾਰ ਕੋਈ ਹਾਈਲੈਂਡ ਆ ਗਈ, ਕੋਈ ਪਰਬਤ ਆ ਗਿਆ, ਕੋਈ ਟਿੱਬਾ ਆ ਗਿਆ, ਕੋਈ ਪਠਾਰ ਆ ਗਿਆ, ਜਿਹੜਾ ਉਹ ਦੋਨਾਂ ਨੂੰ ਅਲੱਗ ਕਰ ਦਿੰਦਾ ਹੈਗਾ। ਤਾਂ ਉਸ ਅਸੀਂ ਸਪੈਸੀਫਿਕ ਚੀਜ਼ ਨੂੰ ਕੀ ਕਹਿ ਦਿੰਦੇ ਹਾਂ, ਜਲ ਵਿਭਾਜਕ ਦੇ ਨਾਮ ਨਾਲ ਜਾਣਦੇ ਹਾਂ। ਹੁਣ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਡਰੇਨੇਜ ਬੇਸਨ ਦੀ। ਆਹ ਦੇਖੋ, ਇੱਕ ਇੱਥੇ ਵੀ ਦਿੱਤਾ ਵੀ ਹੋਇਆ ਹੈਗਾ, ਜਿਵੇਂ ਕਿ ਆਹ ਕੀ ਹੈਗਾ, ਇਹ ਦੋ ਨਦੀਆਂ ਆ ਰਹੀਆਂ ਨੇ, ਇੱਕ ਨਦੀ ਇਹ ਵਾਲੀ ਆ ਰਹੀ ਹੈ, ਇੱਕ ਨਦੀ ਇਹ ਵਾਲੀ ਆ ਰਹੀ ਹੈ। ਇਹ ਇੱਕ ਡਰੇਨੇਜ ਸਿਸਟਮ ਹੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਪਹਿਲਾਂ ਜਿਹੜੀਆਂ ਸਹਾਇਕ ਨਦੀਆਂ ਨੇ ਉਹ ਮਿਲੀਆਂ ਹੋਣਗੀਆਂ, ਫਿਰ ਇੱਕ ਵੱਡੀ ਨਦੀ ਬਣੀ ਹੋਊਗੀ। ਇਸੇ ਤਰ੍ਹਾਂ ਇਹਦੇ ਵਿੱਚ ਮਿਲੀਆਂ ਹੋਣਗੀਆਂ, ਫਿਰ ਇਹ ਜਾ ਕੇ ਇੱਕ ਵੱਡੀ ਨਦੀ ਹੈ ਜਿਹੜੀ ਉਹ ਬਣੀ ਹੋਊਗੀ। ਤਾਂ ਇਹ ਡਰੇਨੇਜ ਸਿਸਟਮ ਜਦੋਂ ਕਿਸੇ ਚੀਜ਼ ਰਾਹੀਂ ਅਲੱਗ ਹੋ ਜਾਂਦਾ, ਜਿਵੇਂ ਆ ਇੱਕ ਪਰਬਤ ਚੋਟੀ ਹੈਗੀ, ਇਹ ਦੋਨਾਂ ਜਿਹੜੀਆਂ ਨਦੀਆਂ ਨੂੰ ਕੀ ਕਰ ਰਹੀ ਹੈ, ਅਲੱਗ ਕਰ ਰਹੀ ਹੈ, ਦੋਨਾਂ ਡਰੇਨੇਜ ਸਿਸਟਮ ਨੂੰ ਅਲੱਗ-ਅਲੱਗ ਕਰ ਰਹੀ ਹੈ। ਤਾਂ ਇਸ ਪਰਬਤ ਚੋਟੀ ਨੂੰ ਅਸੀਂ ਜਲ ਵਿਭਾਜਕ ਦੇ ਨਾਮ ਨਾਲ ਜਾਣਦੇ ਹਾਂ, ਠੀਕ ਹੈ ਜੀ। ਤਾਂ ਅੱਗੇ ਗੱਲ ਕਰਦੇ ਹਾਂ ਡਰੇਨੇਜ ਬੇਸਨ ਦੀ। ਕਿਸੇ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਦੇ ਲਾਗਲੇ ਖੇਤਰ ਜਿੱਥੋਂ ਜਲ ਪ੍ਰਵਾਹ ਕਰਦੇ ਹਨ, ਉਸ ਨੂੰ ਅਪਰਵਾਹ ਖੇਤਰ ਕਿਹਾ ਜਾਂਦਾ, ਜਿੱਥੋਂ ਜਲ ਪ੍ਰਾਪਤ ਕਰਦੇ ਨੇ। ਮਤਲਬ ਕਿ ਕੋਈ ਵੀ ਨਦੀਆਂ ਨਹੀਂ ਹੈ, ਇੱਕ ਮੇਨ ਨਦੀ ਹੈ ਅਤੇ ਉਸ ਦੀਆਂ ਬਹੁਤ ਸਾਰੀਆਂ ਸਹਾਇਕ ਨਦੀਆਂ ਨੇ, ਉਹ ਜਿੱਥੋਂ ਆਪਣਾ ਜਲ ਪ੍ਰਾਪਤ ਕਰਦੀਆਂ ਨੇ, ਜਿਹੜੇ ਖੇਤਰ ਤੋਂ ਆਪਣਾ ਪਾਣੀ ਪ੍ਰਾਪਤ ਕਰਦੀਆਂ ਨੇ, ਉਸ ਖੇਤਰ ਨੂੰ ਅਪਰਵਾਹ ਖੇਤਰ ਜਾਂ ਫਿਰ ਡਰੇਨੇਜ ਬੇਸਨ ਦੇ ਨਾਮ ਨਾਲ ਜਾਣਿਆ ਜਾਂਦਾ। ਤਾਂ ਇੱਥੇ ਤੁਹਾਨੂੰ ਸਮਝ ਆ ਗਿਆ ਹੁਣ ਅਸੀਂ ਤਿੰਨ ਚੀਜ਼ਾਂ ਬਾਰੇ ਪੜ੍ਹਿਆ ਹੈਗਾ। ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਹੈ ਜੀ ਦੁਆਬ ਦੀ,
ਦੁਆਬ ਕੀ ਹੁੰਦਾ ਹੈਗਾ? ਦੁਆਬ ਤੋਂ ਭਾਵ ਹੈ ਦੋ ਦਰਿਆਵਾਂ ਵਿਚਕਾਰਲੀ ਧਰਤੀ, ਉਸ ਨੂੰ ਦੁਆਬ ਕਿਹਾ ਜਾਂਦਾ। ਫਿਰ ਅਸੀਂ ਗੱਲ ਕਰੀ ਸੀ ਜੀ ਜਲ ਪ੍ਰਵਾਹ, ਜਲ ਵਿਭਾਜਕ ਦੀ। ਜਲ ਵਿਭਾਜਕ ਆ ਅਸੀਂ ਇੱਥੇ ਦੇਖ ਵੀ ਲਿਆ, ਵਾਟਰ ਡਿਵਾਈਡ ਕੀ ਹੁੰਦਾ? ਜਿਹੜਾ ਦੋ ਨਦੀ ਬੇਸਨਾਂ ਨੂੰ ਅਲੱਗ ਕਰਨ ਵਾਲੀ ਉੱਚੀ ਭੂਮੀ ਹੈ ਉਸ ਨੂੰ ਅਸੀਂ ਜਲ ਵਿਭਾਜਕ ਦੇ ਨਾਮ ਨਾਲ ਜਾਣਦੇ ਹਾਂ। ਉਸ ਤੋਂ ਬਾਅਦ ਤੀਸਰਾ ਸਾਡਾ ਟੌਪਿਕ ਸੀਗਾ ਡਰੇਨੇਜ ਬੇਸਨ, ਆ ਪ੍ਰਵਾਹ ਖੇਤਰ। ਮਤਲਬ ਕਿ ਇੱਕ ਮੁੱਖ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਆਪਣੇ ਲਾਗਲੇ ਖੇਤਰ ਵਿੱਚ ਜਿੱਥੋਂ ਵੀ ਪਾਣੀ ਪ੍ਰਾਪਤ ਕਰਦੀਆਂ ਨੇ, ਜਲ ਦੀ ਪ੍ਰਾਪਤੀ ਕਰਦੀਆਂ ਨੇ, ਉਸ ਨੂੰ ਅਸੀਂ ਆ ਪ੍ਰਵਾਹ ਖੇਤਰ ਜਾਂ ਫਿਰ ਡਰੇਨੇਜ ਬੇਸਨ ਦੇ ਨਾਮ ਨਾਲ ਜਾਣਦੇ ਹਾਂ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਡਰੇਨੇਜ ਪੈਟਰਨਸ ਦੀ। ਜੇ ਅਸੀਂ ਆਮ ਤੌਰ 'ਤੇ ਦੇਖੀਏ ਤਾਂ ਜੀਓਗ੍ਰਾਫੀ ਦੇ ਵਿੱਚ ਨਦੀਆਂ ਦੇ ਦੁਆਰਾ ਬਣਾਏ ਗਏ ਕਈ ਡਰੇਨੇਜ ਪੈਟਰਨ ਦੀ ਅਸੀਂ ਸਟੱਡੀ ਕਰਦੇ ਹਾਂਗੇ। ਨਦੀਆਂ ਅਲੱਗ-ਅਲੱਗ ਦੇ ਪੈਟਰਨਸ ਬਣਾਉਂਦੀਆਂ ਨੇ, ਅਲੱਗ-ਅਲੱਗ ਸਰੂਪ ਬਣਾਉਂਦੀਆਂ ਨੇ, ਕਿਉਂਕਿ ਨਦੀ ਕੁਦਰਤੀ ਚੀਜ਼ ਹੈ ਅਤੇ ਉਹ ਕਿੱਧਰ ਨੂੰ ਵੀ ਚੱਲ ਸਕਦੀ ਹੈ। ਉਹਦੇ ਵਿੱਚ ਬਹੁਤ ਸਾਰੀਆਂ ਨੇ ਸਹਾਇਕ ਨਦੀਆਂ ਨੇ, ਉਹ ਅਲੱਗ-ਅਲੱਗ ਰੂਪਾਂ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਮਿਲਦੀਆਂ ਨੇ। ਤਾਂ ਇਹਨਾਂ ਨੂੰ ਅਸੀਂ ਅਲੱਗ-ਅਲੱਗ ਪੈਟਰਨਸ ਦਾ ਨਾਮ ਦੇ ਦਿੱਤਾ ਹੈਗਾ। ਅਲੱਗ-ਅਲੱਗ ਪੈਟਰਨਸ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਅਸੀਂ ਪੜ੍ਹਦੇ ਹੈਗੇ ਤਾਂ ਕਿ ਸਾਨੂੰ ਯਾਦ ਰੱਖਣ ਦੇ ਵਿੱਚ ਥੋੜ੍ਹੀ ਸਿਖਿਆਈ ਹੋਈ ਜਾਵੇ। ਤਾਂ ਅਸੀਂ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾ ਜਿਹੜਾ ਪੈਟਰਨ ਹੈ ਉਹ ਡੈਂਡਰਿਕ ਪੈਟਰਨ, ਡੰਡੀਦਾਰ ਪ੍ਰਵਾਹ। ਡੈਂਡਰਿਕ ਪੈਟਰਨ, ਡੰਡੀਦਾਰ ਪ੍ਰਵਾਹ। ਜਿਵੇਂ ਕਿ ਗੰਗਾ ਬ੍ਰਹਮਪੁੱਤਰ ਨਦੀ ਹੈ, ਜਿਹੜਾ ਇਹ ਪੂਰੀ ਨਦੀ ਜਿਹੜੀ ਚੱਲਦੀ ਹੈ, ਇਸ ਦੇ ਵਿੱਚ ਬਹੁਤ ਸਾਰੀਆਂ ਸਹਾਇਕ ਨਦੀਆਂ ਆ ਕੇ ਮਿਲਦੀਆਂ ਨੇ। ਤਾਂ ਇਹ ਕਿਹੜਾ ਪੈਟਰਨ ਬਣਾਉਂਦੀ ਹੈ ਜੀ? ਡੈਂਡਰਿਕ ਪੈਟਰਨ ਬਣਾਉਂਦੀ ਹੈ, ਇਹ ਵਾਲਾ। ਇਹਦੇ ਵਿੱਚ ਦੇਖ ਲਓ ਤੁਸੀਂ, ਇੱਕ ਮੇਨ ਨਦੀ ਹੈ ਜਿਹੜੀ ਇਹ ਚੱਲ ਰਹੀ ਹੈ, ਇਹ ਮੇਨ ਨਦੀ ਚੱਲ ਰਹੀ ਹੈ ਅਤੇ ਇਹਦੇ ਵਿੱਚ ਜਗ੍ਹਾ ਜਗ੍ਹਾ ਤੋਂ ਬਹੁਤ ਸਾਰੀਆਂ ਜਿਹੜੀਆਂ ਨਦੀਆਂ ਨੇ ਉਹ ਆ ਕੇ ਮਿਲ ਰਹੀਆਂ ਨੇ, ਡੰਡੀਆਂ ਬਣਾ ਰਹੀਆਂ ਨੇਗੀਆਂ, ਇੱਕ ਜਿਵੇਂ ਦਰਖਤ ਦੀਆਂ ਡੰਡੀਆਂ ਹੁੰਦੀਆਂ ਨੇ ਇਸ ਤਰ੍ਹਾਂ ਲੱਗ ਰਿਹਾ। ਤਾਂ ਇਸ ਨੂੰ ਅਸੀਂ ਡੰਡੀਦਾਰ ਪ੍ਰਵਾਹ ਜਾਂ ਡੈਂਡਰਿਕ ਡਰੇਨੇਜ ਪੈਟਰਨ ਦੇ ਨਾਮ ਨਾਲ ਜਾਣਦੇ ਹਾਂ। ਦੂਸਰਾ ਹੈ ਜੀ ਸਮਾਂਤਰ ਪ੍ਰਵਾਹ, ਪੈਰਲਲ ਪੈਟਰਨ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਚੁੱਕਿਆ ਸਾਨੂੰ, ਪੈਰਲਲ। ਜਿਵੇਂ ਪੱਛਮੀ ਘਾਟ ਦੇ ਵਿੱਚ ਜਿਹੜੀਆਂ ਨਦੀਆਂ ਨੇ ਉਹ ਇਸ ਤਰ੍ਹਾਂ ਦਾ ਪੈਟਰਨ ਬਣਾਉਂਦੀਆਂ ਨੇਗੀਆਂ। ਤਾਂ ਸਭ ਤੋਂ ਪਹਿਲਾਂ ਪੱਛਮੀ ਘਾਟ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਵੇਂ ਕਿ ਇਹ ਇੰਡੀਆ ਦਾ ਹੇਠਲਾ ਭਾਗ ਹੈ, ਇਹ ਸਾਰਾ, ਇਸ ਨੂੰ ਅਸੀਂ ਈਸਟਰਨ ਘਾਟ, ਪੂਰਬੀ ਘਾਟ ਦੇ ਨਾਮ ਨਾਲ ਜਾਣਦੇ ਹਾਂ। ਜਿਹੜਾ ਇਹ ਵਾਲਾ ਇਲਾਕਾ ਹੈ ਇਸ ਨੂੰ ਅਸੀਂ ਪੱਛਮੀ ਘਾਟ ਦੇ ਨਾਮ ਨਾਲ ਜਾਣਦੇ ਹਾਂ। ਤਾਂ ਇਸ ਸਾਈਡ ਦੀਆਂ ਜਿਹੜੀਆਂ ਨਦੀਆਂ ਨੇ ਉਹ ਸਾਰੀਆਂ ਕਿੰਨੀਆਂ ਨੇ, ਉਹ ਪੈਰਲਲ ਡਰੇਨੇਜ ਬਣਾਉਂਦੀਆਂ ਨੇ, ਭਾਵ ਉਹ ਇਸ ਤਰ੍ਹਾਂ ਨਾਲ ਚੱਲਦੀਆਂ ਨੇ, ਇੱਕ ਦੂਜੇ ਦੇ ਸਮਾਂਤਰ ਚੱਲਦੀਆਂ ਨੇ। ਆਹ ਦੇਖੋ ਜੀ, ਇਸ ਪਿਕਚਰ ਦੇ ਵਿੱਚ ਵੀ ਦਿਖਾਇਆ ਗਿਆ ਕਿ ਡਰੇਨੇਜ ਪੈਟਰਨ ਦੇ ਵਿੱਚ ਜਿਹੜੀਆਂ ਨਦੀਆਂ ਹੁੰਦੀਆਂ ਨੇ ਉਹ ਇੱਕ ਦੂਸਰੇ ਦੇ ਪੈਰਲਲ ਸਮਾਂਤਰ ਚੱਲਦੀਆਂ ਨੇ। ਉਸ ਤੋਂ ਬਾਅਦ ਜਾਲੀਨੁਮਾ ਟ੍ਰੇਲਿਸ ਪੈਟਰਨ, ਜਾਲੀਨੁਮਾ ਪ੍ਰਵਾਹ। ਇਹ ਜਿਹੜਾ ਪੈਟਰਨ ਹੈ, ਛੋਟਾ ਨਾਗਪੁਰ ਪਠਾਰ ਦੀਆਂ ਜਿਹੜੀਆਂ ਨਦੀਆਂ ਨੇ ਇੱਥੇ ਜੇ ਇੰਡੀਆ ਦੇ, ਇੱਥੇ ਜਿਹੜੀਆਂ ਨਦੀਆਂ ਚੱਲਦੀਆਂ ਨੇ ਉਹ ਜਾਲੀਨੁਮਾ ਪ੍ਰਵਾਹ ਸਰੂਪ ਬਣਾਉਂਦੀਆਂ ਨੇ, ਟ੍ਰੇਲਿਸ ਪੈਟਰਨ ਬਣਾਉਂਦੀਆਂ ਨੇ। ਇਹ ਇੱਕ ਦਿੱਤਾ ਹੋਇਆ ਹੈਗਾ, ਇਹ ਹੈਗੀ ਜੀ ਟ੍ਰੇਲਿਸ ਡਰੇਨੇਜ। ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਨਦੀਆਂ ਇੱਕ ਦੂਸਰੇ ਨੂੰ ਅਲੱਗ-ਅਲੱਗ ਭਾਗਾਂ ਤੋਂ ਕੱਢਦੀਆਂ। ਜਿਵੇਂ ਇਹ ਆ ਰਹੀ ਹੈ ਤਾਂ ਇੱਥੇ ਆ ਕੇ ਨਦੀ ਮਿਲ ਗਈ, ਇੱਕ ਇੱਥੇ ਆ ਕੇ ਮਿਲ ਗਈ, ਇਹ ਮਿਲ ਗਈ, ਠੀਕ ਹੈ। ਇਸ ਤਰ੍ਹਾਂ ਨਾਲ ਨਦੀਆਂ, ਸਹਾਇਕ ਨਦੀਆਂ ਮੁੱਖ ਨਦੀ ਦੇ ਵਿੱਚ ਮਿਲਦੀਆਂ ਰਹਿੰਦੀਆਂ ਨੇ। ਤਾਂ ਜਿਹੜਾ ਸਾਰਾ ਇਹ ਪੈਟਰਨ ਹੈ ਇਹ ਐਂ ਲੱਗਦਾ ਜਿਵੇਂ ਇੱਕ ਜਾਲੀ ਹੁੰਦੀ ਹੈ। ਜੇ ਇਸ ਨੂੰ ਅਸੀਂ ਐਂ ਮਿਲਾ ਦਈਏ ਤਾਂ ਸਾਨੂੰ ਇੱਕ ਇਹ ਜਾਲੀਨੁਮਾ ਜਿਹੜਾ ਪੈਟਰਨ ਦੇ ਵਾਂਗ ਉਹ ਪ੍ਰਤੀਤ ਹੋਵੇਗਾ। ਤਾਂ ਛੋਟਾ ਨਾਗਪੁਰ ਖੇਤਰ ਦੀਆਂ ਜਿਹੜੀਆਂ ਨਦੀਆਂ ਨੇ ਉਹ ਟ੍ਰੇਲਿਸ ਡਰੇਨੇਜ ਪੈਟਰਨ ਬਣਾਉਂਦੀਆਂ ਨੇ। ਉਸ ਤੋਂ ਬਾਅਦ ਹੈਗਾ ਜੀ ਚੱਕਰੀ ਪ੍ਰਵਾਹ, ਰੇਡੀਅਲ ਪੈਟਰਨ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਸਾਨੂੰ, ਰੇਡੀਅਲ ਪੈਟਰਨ। ਇਹ ਵਾਲਾ ਜਿਹੜਾ ਪੈਟਰਨ ਹੈ ਇਹ ਰੇਡੀਅਲ ਪੈਟਰਨ ਹੈ। ਨਦੀਆਂ ਕੀ ਕਰਦੀਆਂ ਨੇ, ਸਰਕਲ ਦੇ ਵਿੱਚ ਚੱਲਦੀਆਂ ਨੇਗੀਆਂ ਅਤੇ ਇਸ ਤਰ੍ਹਾਂ ਨਾਲ ਚੱਲਦੀਆਂ ਨੇ ਅਤੇ ਇਹਨਾਂ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਜਿਹੜੀਆਂ ਸਹਾਇਕ ਨਦੀਆਂ ਨੇ ਉਹ ਆ ਕੇ ਮਿਲਦੀਆਂ ਰਹਿੰਦੀਆਂ ਨੇ। ਇਸ ਤਰ੍ਹਾਂ ਨਾਲ ਇਹ ਸਰਕਲ ਬਣਾਉਂਦੀਆਂ ਰਹਿੰਦੀਆਂ ਨੇ, ਠੀਕ ਹੈ ਜੀ। ਤਾਂ ਹੁਣ ਅਸੀਂ ਅੱਗੇ ਚੱਲਦੇ ਹਾਂ। ਹਾਂ, ਇਹ ਕੁਝ ਜਿਹੜੇ ਨਦੀ ਤੰਤਰ ਸੀ ਇਹਨਾਂ ਬਾਰੇ ਆਪਾਂ ਨੂੰ ਸਮਝ ਆ ਗਿਆ ਹੁਣ। ਅਤੇ ਦੋ ਜਿਹੜੇ ਰਹਿ ਗਏ ਸੀਗੇ, ਇਹਦੇ ਵਿੱਚ ਰੈਕਟੈਂਗੂਲਰ ਡਰੇਨੇਜ ਹੈਗਾ
ਇਹ ਇੱਕ ਰੈਕਟੈਂਗਲ ਦੀ ਸ਼ਕਲ ਬਣਾਉਂਦੀਆਂ ਨੇ। ਜਦੋਂ ਨਦੀਆਂ ਇੱਕ ਦੂਸਰੇ ਨੂੰ ਆ ਕੇ ਇਸ ਤਰ੍ਹਾਂ ਨਾਲ ਮਿਲਦੀਆਂ ਨੇ ਕਿ ਉਹ ਇੱਕ ਰੈਕਟੈਂਗਲ ਵਰਗਾ ਸਰੂਪ ਹੈ ਜਿਹੜਾ ਉਹ ਬਣਾ ਲੈਂਦੀਆਂ ਨੇ। ਹਾਂਜੀ, ਹੁਣ ਅਸੀਂ ਭਾਰਤ ਦੇ ਨਦੀ ਤੰਤਰ ਦੀ ਗੱਲ ਕਰਾਂਗੇ ਕਿ ਜਿਹੜਾ ਭਾਰਤ ਦਾ ਨਦੀ ਤੰਤਰ ਹੈ ਉਸ ਨੂੰ ਅਸੀਂ ਕਿੰਨੇ ਭਾਗਾਂ ਦੇ ਵਿੱਚ ਵੰਡਦੇ ਹਾਂ। ਭਾਰਤ ਦੇ ਨਦੀ ਤੰਤਰ ਨੂੰ ਅਸੀਂ ਮੁੱਖ ਤੌਰ 'ਤੇ 4 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾ ਹੈ ਜੀ ਹਿਮਾਲਿਆ ਨਦੀ ਤੰਤਰ, ਦੂਸਰਾ ਹੈ ਪ੍ਰਾਇਦੀਪੀ ਨਦੀ ਤੰਤਰ, ਤੀਸਰਾ ਹੈ ਤੱਟੀ ਨਦੀਆਂ ਅਤੇ ਚੌਥਾ ਹੈ ਅੰਦਰੂਨੀ ਨਦੀ ਤੰਤਰ। ਹਿਮਾਲਿयन ਰਿਵਰ ਸਿਸਟਮ, ਪੈਨਿਨਸੂਲਰ ਰਿਵਰ ਸਿਸਟਮ, ਕੋਸਟਲ ਰਿਵਰਸ ਐਂਡ ਇਨਲੈਂਡ ਡਰੇਨੇਜ ਐਂਡ ਲੇਕਸ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜੀ ਹਿਮਾਲਿਆ ਨਦੀ ਤੰਤਰ ਦੀ। ਹਿਮਾਲਿਆ ਦੇ ਨਦੀ ਤੰਤਰ ਵਿੱਚ 3 ਪ੍ਰਮੁੱਖ ਨਦੀਆਂ ਆਉਂਦੀਆਂ ਨੇਗੀਆਂ। ਇਹਦੇ ਵਿੱਚ ਸਿੰਧ ਸਭ ਤੋਂ ਪਹਿਲੀ ਨਦੀ ਸਿੰਧ ਆਉਂਦੀ ਹੈ। ਉਸ ਤੋਂ ਬਾਅਦ ਜਿਹੜੀ ਦੂਸਰੀ ਨਦੀ ਹੈ ਉਹ ਹੈ ਗੰਗਾ ਅਤੇ ਤੀਸਰੀ ਨਦੀ ਬ੍ਰਹਮਪੁੱਤਰ। ਠੀਕ ਹੈ ਜੀ। ਤਾਂ ਇਹ ਤਿੰਨੇ ਨਦੀਆਂ ਦਾ ਜਿਹੜਾ ਜਲ ਪ੍ਰਵਾਹ ਹੈ ਉਹ ਮਿਲ ਕੇ ਹਿਮਾਲਿਆ ਨਦੀ ਤੰਤਰ ਬਣਾਉਂਦਾ ਹੈਗਾ। ਇਹਦੇ ਵਿੱਚ ਬਹੁਤ ਸਾਰੀਆਂ ਇਹਨਾਂ ਨਦੀਆਂ ਦੀਆਂ ਸਹਾਇਕ ਨਦੀਆਂ ਜਿਹੜੀਆਂ ਨੇਗੀਆਂ ਉਹ ਇਹਨਾਂ ਨਾਲ ਆ ਕੇ ਮਿਲਦੀਆਂ ਨੇ। ਹਿਮਾਲਿਆ ਦੀਆਂ ਨਦੀਆਂ ਹਿਮਾਲਿਆ ਪਰਬਤਾਂ ਦੇ ਵੰਡ ਤੋਂ ਵੀ ਪਹਿਲਾਂ ਦੀਆਂ ਵਹਿੰਦੀਆਂ ਨੇ। ਜਦੋਂ ਹਿਮਾਲਿਆ ਪਰਬਤ ਬਣੇ ਸੀ ਜਿਹੜੇ ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਨਦੀਆਂ ਨੇ ਉਹ ਇੱਥੋਂ ਇਸ ਖੇਤਰ ਦੇ ਵਿੱਚ ਵਹਿ ਰਹੀਆਂ ਨੇ। ਜਿਵੇਂ ਕਿ ਸਿੰਧ, ਸਤਲੁਜ, ਅਲਕਨੰਦਾ, ਗੰਡਕ, ਕੋਸੀ, ਬ੍ਰਹਮਪੁੱਤਰ ਨਦੀਆਂ ਇਹ ਜਿਹੜੀਆਂ ਨੇਗੀਆਂ ਇਹ ਡੂੰਘੇ ਖੱਡ ਇਹਨਾਂ ਦੇ ਨਦੀਆਂ ਦੇ ਬਣੇ ਹੋਏ ਨੇ। ਜਿੱਥੋਂ ਇਹ ਚੱਲਦੀਆਂ ਨੇ ਉਸ ਖੇਤਰ ਦੇ ਵਿੱਚ ਜਿਹੜੀ ਡੂੰਘਾਈ ਹੈ ਉਹ ਬਹੁਤ ਜ਼ਿਆਦਾ ਹੈਗੀ ਇਹਨਾਂ ਨਦੀਆਂ ਦੀ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਨਦੀਆਂ ਬਹੁਤ ਪੁਰਾਣੇ ਸਮੇਂ ਤੋਂ ਇੱਥੇ ਵਗ ਰਹੀਆਂ ਨੇ। ਠੀਕ ਹੈ ਜੀ। ਤਾਂ ਹਿਮਾਲਿਆ ਦੀਆਂ ਨਦੀਆਂ 12ਮਾਸੀ ਨੇ, ਭਾਵ 12 ਮਹੀਨੇ ਵਹਿੰਦੀਆਂ ਰਹਿੰਦੀਆਂ ਨੇ। ਇਹਨਾਂ ਦੇ ਵਿੱਚ ਪਾਣੀ ਕਦੇ ਵੀ ਖਤਮ ਨਹੀਂ ਹੁੰਦਾ ਕਿਉਂਕਿ ਜਿਹੜਾ ਇਹਨਾਂ ਦਾ ਪਾਣੀ ਆ ਉਹ ਹਿਮਾਲਿਆ ਪਰਬਤ ਦੀ ਬਰਫ਼ ਪਿਘਲਣ ਦੇ ਨਾਲ ਆਉਂਦਾ ਹੈਗਾ ਅਤੇ ਸਾਰਾ ਸਾਲ ਇਸ ਦੇ ਵਿੱਚ ਪਾਣੀ ਭਰਿਆ ਰਹਿੰਦਾ ਹੈਗਾ। ਤਾਂ ਹੁਣ ਅਸੀਂ ਇਸ ਨੂੰ ਸਬ ਡਿਵਾਈਡ ਕਰਾਂਗੇ ਅੱਗੇ ਹਿਮਾਲਿਆ ਨਦੀ ਤੰਤਰ ਨੂੰ। ਤਾਂ ਸਭ ਤੋਂ ਪਹਿਲਾ ਪਾਰਟ ਹਿਮਾਲਿਆ ਨਦੀ ਤੰਤਰ ਦਾ ਹੈ ਜੀ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ। ਇੰਡਸ ਰਿਵਰ, ਇਹ ਜਿਹੜਾ ਅਸੀਂ ਇੱਥੇ ਗੱਲ ਕਰਦੇ ਹਾਂ ਇਹ ਇੰਡਸ ਰਿਵਰ ਦੀ ਗੱਲ ਕਰੀ ਹੋਈ ਹੈ ਇਸ ਪਿਕਚਰ ਦੇ ਵਿੱਚ। ਸਿੰਧ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਜਿਹੜਾ ਮਿਲਾ ਕੇ ਤੰਤਰ ਬਣਾਉਂਦੀਆਂ ਨੇ ਉਸ ਨੂੰ ਅਸੀਂ ਸਿੰਧ ਨਦੀ ਤੰਤਰ ਦੇ ਨਾਮ ਨਾਲ ਜਾਣਦੇ ਹਾਂ। ਸਿੰਧ ਨਦੀ ਸਮੁੰਦਰ ਤਲ ਤੋਂ 5182 ਮੀਟਰ ਦੀ ਉਚਾਈ 'ਤੇ ਬੋਖਰਸ਼ੂ ਹਿਮ ਨਦੀ ਤਿੱਬਤ ਤੋਂ ਨਿਕਲਦੀ ਹੈ। ਇਹ ਜਿਹੜਾ ਇੱਥੋਂ ਇਹ ਜਾ ਰਹੀ ਹੈ ਜੀ ਇਹ ਇੰਡਸ ਰਿਵਰ ਹੈ। ਠੀਕ ਹੈ ਜੀ, ਇਹ ਜਾ ਰਹੀ ਹੈ ਇੱਥੋਂ, ਇਹ ਤਿੱਬਤ ਦੇ ਵਿੱਚੋਂ ਪੈਦਾ ਹੁੰਦੀ ਹੈ ਬੋਖਰਸ਼ੂ ਕੋਲੋਂ। ਠੀਕ ਹੈ ਜੀ, ਜਿਹੜਾ ਕਿ 5182 ਮੀਟਰ ਦੀ ਉਚਾਈ ਹੈ ਜਿਸ ਦੀ ਸਮੁੰਦਰ ਤਲ ਤੋਂ। ਅਤੇ ਉਸ ਤੋਂ ਬਾਅਦ ਇਹ ਜੰਮੂ ਕਸ਼ਮੀਰ ਦੇ ਰਾਹੀਂ ਹੁੰਦੀ ਹੋਈ ਪਾਕਿਸਤਾਨ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਭਾਰਤ ਦੇ ਵਿੱਚ ਜੰਮੂ ਕਸ਼ਮੀਰ ਦਾ ਜਿਹੜਾ ਖੇਤਰ ਹੈ ਉਸ ਨੂੰ ਕਵਰ ਕਰਦੀ ਹੈ। ਉਸ ਤੋਂ ਬਾਅਦ ਪਾਕਿਸਤਾਨ ਨੂੰ ਪੂਰੇ ਪਾਕਿਸਤਾਨ ਨੂੰ ਲਗਭਗ ਕਵਰ ਕਰਦੀ ਹੋਈ ਕਿੱਥੇ ਜਾ ਕੇ ਡਿੱਗ ਜਾਂਦੀ ਹੈ ਜੀ, ਆਪਣਾ ਪਾਣੀ ਅਰਬ ਸਾਗਰ ਦੇ ਵਿੱਚ ਡਿੱਗ ਦਿੰਦੀ ਹੈ। ਅਤੇ ਇਸ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਜਗ੍ਹਾ ਜਗ੍ਹਾ 'ਤੇ ਸਹਾਇਕ ਨਦੀਆਂ ਆ ਕੇ ਮਿਲਦੀਆਂ ਰਹਿੰਦੀਆਂ ਨੇ। ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਹ ਜੇਹਲਮ ਜਿਹੜੀ ਇਸ ਦੀ ਸਹਾਇਕ ਨਦੀ ਹੈ ਇਹ ਆ ਕੇ ਇਸ ਦੇ ਵਿੱਚ ਮਿਲਦੀ ਹੈ। ਜੇਹਲਮ ਦੇ ਨਾਲ ਇੱਥੋਂ ਚਨਾਬ ਮਿਲ ਜਾਂਦੀ ਹੈ। ਇਹ ਦੋਨੇ ਨਦੀਆਂ ਜਦੋਂ ਅੱਗੇ ਜਾਂਦੀਆਂ ਨੇਗੀਆਂ ਤਾਂ ਇਸ ਨਦੀ ਦੇ ਵਿੱਚ ਇਹਨਾਂ ਦੋਨਾਂ ਨਦੀਆਂ ਨਾਲ ਤੀਜੀ ਨਦੀ ਹੈ ਜਿਹੜੀ ਉਹ ਰਾਵੀ ਮਿਲਦੀ ਹੈ ਅਤੇ ਫਿਰ ਇਹ ਅੱਗੇ ਜਾਂਦੀਆਂ ਨੇ ਤਾਂ ਇਹਨਾਂ ਨਾਲ ਚੌਥੀ ਨਦੀ ਬਿਆਸ ਵੀ ਆ ਕੇ ਮਿਲ ਜਾਂਦੀ ਹੈ ਅਤੇ ਇਹ ਸਾਰੀਆਂ ਨਦੀਆਂ ਪਾਕਿਸਤਾਨ ਦੇ ਵਿੱਚ ਸਿੰਧ ਨਦੀ ਦੇ ਨਾਲ ਮਿਲ ਜਾਂਦੀਆਂ ਨੇ ਅਤੇ ਅੱਗੇ ਆਪਣਾ ਜਿਹੜਾ ਜਲ ਪ੍ਰਵਾਹ ਹੈ ਉਹ ਕਿੱਥੇ ਕਰਦੀਆਂ ਨੇਗੀਆਂ, ਅਰਬ ਸਾਗਰ ਦੇ ਵਿੱਚ ਕਰਦੀਆਂ ਨੇ। ਤਿੱਬਤ ਵਿੱਚ ਸਿੰਧੂ ਨਦੀ ਨੂੰ ਅਲੱਗ ਨਾਮ ਨਾਲ ਜਾਣਿਆ ਜਾਂਦਾ ਜਿਵੇਂ ਕਿ ਇਹਨੂੰ ਸਿੰਘੀ ਖੱਬਨ ਜਾਂ ਫਿਰ ਸ਼ੇਰ ਦਾ ਮੁੱਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ। ਭਾਰਤ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਇਹ ਨਦੀ ਲੱਦਾਖ, ਜਾਸਕਰ, ਗਿਲਗਿਤ ਏਰੀਆ, ਬਾਲਟਿਸਤਾਨ ਨੂੰ ਪਾਰ ਕਰਦੀ ਹੈ ਅਤੇ ਅਟਕ ਜਗ੍ਹਾ ਦੇ ਨੇੜੇ, ਅਟਕ ਇੱਕ ਜਗ੍ਹਾ ਦਾ ਨਾਮ ਹੈ, ਅਟਕ ਦੇ ਨੇੜੇ ਪਾਕਿਸਤਾਨ ਦੇ ਵਿੱਚ ਇਹ ਪ੍ਰਵੇਸ਼ ਕਰ ਜਾਂਦੀ ਹੈ ਜਿਹੜਾ ਕਿ ਅਸੀਂ ਇਸ ਮੈਪ ਦੇ ਵਿੱਚ ਦੇਖਿਆ ਸੀ ਇੱਥੇ। ਠੀਕ ਹੈ ਜੀ। ਉਸ ਤੋਂ ਬਾਅਦ ਨਦੀ ਦੀ ਜਿਹੜੀ ਕੁੱਲ ਲੰਬਾਈ ਆ ਉਹ 2880 ਕਿਲੋਮੀਟਰ ਹੈ। ਭਾਰਤ ਵਿੱਚ ਇਸ ਦੀ ਲੰਬਾਈ 709 ਕਿਲੋਮੀਟਰ ਹੈ ਅਤੇ ਇਸ ਦੇ ਖੱਬੇ ਪਾਸੇ ਦੀਆਂ ਸਹਾਇਕ ਨਦੀਆਂ ਜਾਸਕਰ, ਚਨਾਬ, ਸਤਲੁਜ, ਸੁਆਨ, ਬਿਆਸ ਅਤੇ ਰਾਵੀ ਨੇ।
ਅਤੇ ਸੱਜੇ ਪਾਸਿਓਂ ਇਸ ਦੇ ਵਿੱਚ ਗਿਲਗਿਤ, ਕਾਬਲ, ਸ਼ੁਕਾਰਦੂ ਅਤੇ ਸ਼ਿਗੋ ਨਦੀਆਂ ਆ ਕੇ ਮਿਲਦੀਆਂ ਨੇ ਜੀ। ਇਹ ਜਿਹੜਾ ਹੈਗਾ ਇਸ ਦਾ ਇਹ ਖੱਬਾ ਪਾਸਾ ਅਤੇ ਇਹ ਜਿਹੜਾ ਹੈਗਾ ਇਸ ਦਾ ਸੱਜਾ ਪਾਸਾ। ਤਾਂ ਇਸ ਪਿਕਚਰ ਦੇ ਵਿੱਚ ਸਾਰਾ ਕੁਝ ਡਿਟੇਲ ਦੇ ਵਿੱਚ ਦੱਸਿਆ ਹੋਇਆ ਕਿ ਨਦੀ ਦਾ ਨਾਮ ਕੀ ਹੈ ਜੀ, ਸਿੰਧ ਹੈ। ਜਨਮ ਸਥਾਨ ਕਿਹੜਾ ਹੈਗਾ, ਬੋਖਰਸ਼ੂ ਮਾਨਸਰੋਵਰ ਝੀਲ ਦੇ ਨੇੜੇ। ਲੰਬਾਈ ਕਿੰਨੀ ਹੈ, ਭਾਰਤ ਦੇ ਵਿੱਚ ਕਿੰਨੀ ਹੈ। ਸਹਾਇਕ ਨਦੀਆਂ ਕਿਹੜੀਆਂ ਨੇ, ਇਸੇ ਤਰ੍ਹਾਂ ਜੇਹਲਮ, ਚਨਾਬ, ਰਾਵੀ, ਸਤਲੁਜ ਅਤੇ ਬਿਆਸ, ਇਹਨਾਂ ਬਾਰੇ ਵੀ ਸਾਰਾ ਡਿਟੇਲ ਦੇ ਵਿੱਚ ਦੱਸਿਆ ਗਿਆ। ਇਹਦੇ ਵਿੱਚੋਂ ਕੁਝ ਨਦੀਆਂ ਅੱਧੀ ਪਾਕਿਸਤਾਨ ਦੇ ਵਿੱਚ ਅਤੇ ਅੱਧੀ ਭਾਰਤ ਦੇ ਵਿੱਚ ਵਹਿੰਦੀਆਂ ਨੇ, ਤਾਂ ਉਹਨਾਂ ਦੀ ਲੰਬਾਈ ਹੈ ਜਿਹੜੀ ਉਹ ਭਾਰਤ ਦੇ ਵਿੱਚ ਕਿੰਨੀ ਹੈ ਉਹ ਦੱਸੀ ਗਈ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਜੀ ਦੂਸਰਾ ਸਬ ਪਾਰਟ ਹਿਮਾਲਯਨ ਡਰੇਨੇਜ ਸਿਸਟਮ ਦਾ, ਗੰਗਾ ਜਲ ਤੰਤਰ। ਇਹ ਪਿਕਚਰ ਦੇ ਵਿੱਚ ਦਿਖਾਇਆ ਗਿਆ ਹੈਗਾ। ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਮਿਲ ਕੇ ਇੱਕ ਤੰਤਰ ਬਣਾਉਂਦੀਆਂ ਨੇ, ਸਿਸਟਮ ਬਣਾਉਂਦੀਆਂ ਨੇ, ਜਿਸ ਨੂੰ ਗੰਗਾ ਜਲ ਤੰਤਰ, ਗੰਗਾ ਡਰੇਨੇਜ ਸਿਸਟਮ ਕਿਹਾ ਜਾਂਦਾ ਹੈਗਾ। ਇਸ ਦੇ ਵਿੱਚ ਗੰਗਾ, ਯਮੁਨਾ, ਬ੍ਰਹਮਪੁੱਤਰ ਇਹ 3 ਮੁੱਖ ਨਦੀਆਂ ਨੇ ਅਤੇ ਬਹੁਤ ਸਾਰੀਆਂ ਸਹਾਇਕ ਨਦੀਆਂ ਇਹਨਾਂ ਨਾਲ ਆ ਕੇ ਮਿਲਦੀਆਂ ਰਹਿੰਦੀਆਂ ਨੇ। ਗੰਗਾ ਨਦੀ ਭਾਰਤ ਦੀ ਸਭ ਤੋਂ ਪਵਿੱਤਰ ਨਦੀ ਵੀ ਮੰਨੀ ਜਾਂਦੀ ਹੈ ਅਤੇ ਗੰਗਾ ਦਾ ਜਿਹੜਾ ਜਨਮ ਹੈ ਉੱਤਰਾਖੰਡ ਦੇ ਵਿੱਚ ਗੰਗੋਤਰੀ ਗੌਮੁਖ ਹਿਮ ਨਦੀ ਤੋਂ ਹੁੰਦਾ ਹੈਗਾ। ਉੱਤਰਾਖੰਡ ਦੇ ਵਿੱਚ ਇਹ ਵਾਲਾ ਏਰੀਆ ਹੈਗਾ। ਇਹ ਵਾਲਾ ਏਰੀਆ ਇਹ ਹਾਂਜੀ, ਇਹ ਉੱਤਰਾਖੰਡ ਦੇ ਵਿੱਚ ਗੰਗਾ ਨਦੀ ਹੈ ਜਿਹੜੀ ਉਹ ਗੰਗੋਤਰੀ ਗੌਮੁਖ ਹਿਮ ਨਦੀ ਤੋਂ ਹੀ ਜਨਮ ਲੈਂਦੀ ਹੈ ਅਤੇ ਉੱਥੋਂ ਜਦੋਂ ਇਹ ਅੱਗੇ ਵੱਲ ਨੂੰ ਚੱਲਦੀ ਹੈ ਤਾਂ ਇਸ ਨੂੰ ਭਾਗੀਰਥੀ ਦੇ ਨਾਮ ਨਾਲ ਜਾਣਿਆ ਜਾਂਦਾ। ਉਸ ਤੋਂ ਬਾਅਦ ਦੇਵ ਪ੍ਰਯਾਗ ਵਿਖੇ ਜਦੋਂ ਇਹ ਆਉਂਦੀ ਹੈ ਤਾਂ ਅਲਕਨੰਦਾ ਨਾਲ ਇਹ ਮਿਲ ਜਾਂਦੀ ਹੈ। ਗੰਗਾ ਨਦੀ ਜਿਹੜੀ ਭਾਗੀਰਥੀ ਹੈ ਦੇਵ ਪ੍ਰਯਾਗ ਵਿਖੇ ਅਲਕਨੰਦਾ ਨਾਲ ਮਿਲ ਜਾਂਦੀ ਹੈ ਅਤੇ ਅਲਕਨੰਦਾ ਨਾਲ ਮਿਲਣ ਤੋਂ ਬਾਅਦ ਇਸ ਨੂੰ ਕੀ ਨਾਮ ਦੇ ਦਿੱਤਾ ਜਾਂਦਾ ਹੈਗਾ ਜੀ, ਗੰਗਾ ਦਾ ਨਾਮ ਦਿੱਤਾ ਜਾਂਦਾ ਹੈ। ਇਹ ਮੰਨ ਲਓ ਦੇਖੋ, ਇਹ ਇੱਕ ਪਾਸਿਓਂ ਭਾਗੀਰਥੀ ਆਉਂਦੀ ਹੈ ਅਤੇ ਦੂਸਰੇ ਪਾਸਿਓਂ ਅਲਕਨੰਦਾ ਆਉਂਦੀ ਹੈ। ਤਾਂ ਜਦੋਂ ਦੋਨੇ ਨਦੀਆਂ ਚਲੀਆਂ ਜਾਂਦੀਆਂ ਆਪਸ 'ਚ ਮਿਲਦੀਆਂ ਨੇ ਤਾਂ ਅੱਗੇ ਜਾ ਕੇ ਇਸ ਨਦੀ ਦੀ ਜਿਹੜੀ ਮੁੱਖ ਧਾਰਾ ਹੈ ਉਸ ਨੂੰ ਗੰਗਾ ਨਦੀ ਕਿਹਾ ਜਾਂਦਾ ਹੈ। ਹਾਂਜੀ, ਇਹ 3 ਨਦੀਆਂ ਹੋ ਗਈਆਂ ਅਤੇ ਜਿੱਥੇ ਮਿਲਦੀਆਂ ਨੇ ਇਹ ਜਿਹੜਾ ਇਲਾਕਾ ਹੈਗਾ, ਜਿਹੜਾ ਖੇਤਰ ਹੈ, ਇਹ ਦੇਵ ਪ੍ਰਯਾਗ। ਠੀਕ ਹੈ ਜੀ। ਆਪਣੇ ਸ਼ੁਰੂਆਤੀ ਜਨਮ ਸਥਾਨ ਤੋਂ 280 ਕਿਲੋਮੀਟਰ ਤੱਕ ਸਫ਼ਰ ਕਰਨ ਤੋਂ ਬਾਅਦ ਹਰਿਦੁਆਰ ਵਿਖੇ ਇਹ ਨਦੀ ਹੈ ਜਿਹੜੀ ਉਹ ਮੈਦਾਨਾਂ ਦੇ ਵਿੱਚ ਦਾਖਲ ਹੋ ਜਾਂਦੀ ਹੈ। ਹਰਿਦੁਆਰ ਤੱਕ ਜਿਹੜਾ ਪਹਾੜੀ ਖੇਤਰ ਹੈ, ਉਸ ਤੋਂ ਬਾਅਦ ਮੈਦਾਨੀ ਖੇਤਰ ਦੇ ਵਿੱਚ ਗੰਗਾ ਨਦੀ ਦਾਖਲ ਹੁੰਦੀ ਹੈ। ਬੰਗਾਲ ਦੀ ਖਾੜੀ ਵਿੱਚ ਸਮੁੰਦਰ ਨਾਲ ਮੇਲ ਹੋਣ ਤੋਂ ਪਹਿਲਾਂ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨਦੀਆਂ ਨੇ ਉਹ ਆਸੇ ਪਾਸੇ ਮਿਲਦੀਆਂ ਰਹਿੰਦੀਆਂ ਨੇ ਅਤੇ ਇਸ ਦੇ ਵਿੱਚ ਇੱਕ ਜਿਹੜੀ ਮੁੱਖ ਨਦੀ ਹੈ ਬ੍ਰਹਮਪੁੱਤਰ ਆ ਕੇ ਮਿਲ ਜਾਂਦੀ ਹੈ, ਜਿਹੜੀ ਕਿ ਇਸ ਸਾਈਡ ਤੋਂ ਆ ਰਹੀ ਹੈ। ਇਹ ਜਿਹੜੀ ਹੈ ਜੀ ਇਹ ਬ੍ਰਹਮਪੁੱਤਰ ਨਦੀ ਹੈ। ਇਸ ਦੇ ਬਾਰੇ ਅਸੀਂ ਪਹਿਲਾਂ ਵੀ ਸ਼ਾਇਦ ਪੜ੍ਹ ਚੁੱਕੇ ਹੈਗੇ। ਇਹ ਨਦੀ ਗੰਗਾ ਦੇ ਵਿੱਚ ਆ ਕੇ ਮਿਲਦੀ ਹੈ ਅਤੇ ਇਸ ਖੇਤਰ ਦੇ ਵਿੱਚ ਇਹ ਵਿਸ਼ਵ ਦਾ ਸਭ ਤੋਂ ਵੱਡਾ ਡੈਲਟਾ ਬਣਾਉਂਦੀਆਂ ਨੇ, ਜਿਸ ਨੂੰ ਕਿ ਸੁੰਦਰਬਨ ਡੈਲਟਾ ਦਾ ਨਾਮ ਦਿੱਤਾ ਜਾਂਦਾ ਹੈਗਾ। ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਬਾਰੇ ਜਿਹੜੀ ਜਾਣਕਾਰੀ ਹੈ ਡਿਟੇਲ ਦੇ ਵਿੱਚੋਂ ਅੱਗੇ ਇੱਕ ਸਾਰਣੀ ਦਿੱਤੀ ਹੋਈ ਹੈ, ਉਹਦੇ ਵਿੱਚ ਦੇਖਣ ਨੂੰ ਸਾਨੂੰ ਮਿਲ ਜੂਗੀ। ਇਹ ਇੱਥੇ ਗੰਗਾ ਨਦੀ ਦਾ ਨਾਂ, ਜਿੰਨੇ ਵੀ ਨਦੀਆਂ ਨੇ ਉਹਨਾਂ ਦਾ ਨਾਂ, ਉਹਨਾਂ ਦਾ ਜਨਮ ਸਥਾਨ, ਉਹਨਾਂ ਦੀ ਲੰਬਾਈ ਅਤੇ ਉਹਨਾਂ ਦੇ ਵਿੱਚ ਕਿਹੜੀਆਂ ਸਹਾਇਕ ਨਦੀਆਂ ਨੇ ਜਿਹੜੀਆਂ ਉਹ ਮਿਲਦੀਆਂ ਨੇ ਉਹ ਦੱਸਿਆ ਗਿਆ ਹੈਗਾ। ਅਤੇ ਸਾਰੀਆਂ ਨਦੀਆਂ ਜਿਹੜੀਆਂ ਮਿਲਾ ਕੇ ਇੱਕ ਡਰੇਨੇਜ ਸਿਸਟਮ ਬਣਾਉਂਦੀਆਂ ਨੇ, ਜਿਸ ਨੂੰ ਕਿ ਗੰਗਾ ਡਰੇਨੇਜ ਸਿਸਟਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਬ੍ਰਹਮਪੁੱਤਰ ਜਲ ਤੰਤਰ ਦੀ। ਬ੍ਰਹਮਪੁੱਤਰ ਨਦੀ ਤਿੱਬਤ ਵਿੱਚ ਪੈਦਾ ਹੁੰਦੀ ਹੈਗੀ, ਜਿਵੇਂ ਕਿ ਪਹਿਲਾਂ ਮੈਪ ਦੇ ਵਿੱਚ ਵੀ ਅਸੀਂ ਦੇਖਿਆ ਹੈਗਾ। ਇਹ ਮੈਪ ਦੇ ਵਿੱਚ ਵੀ ਇੱਥੇ ਦਿਖਾਇਆ ਗਿਆ ਹੈਗਾ ਕਿ ਜਿਹੜੀ ਬ੍ਰਹਮਪੁੱਤਰ ਨਦੀ ਹੈ ਉਹ ਇੱਥੇ ਤਿੱਬਤ ਦੇ ਵਿੱਚ ਪੈਦਾ ਹੁੰਦੀ ਹੈ। ਉਸ ਤੋਂ ਬਾਅਦ ਇਹ ਅੱਗੇ ਵੱਲ ਨੂੰ ਚੱਲਦੀ ਹੈ, ਕੈਲਾਸ਼ ਪਰਬਤ ਲੜੀ ਵਿੱਚ ਅੰਗਸੀ ਹਿਮ ਨਦੀ ਤੋਂ ਜਨਮ ਲੈਂਦੀ ਹੈ। ਇਹ ਮਰੀਮ ਲਾਦਰਾ ਬ੍ਰਹਮਪੁੱਤਰ ਅਤੇ ਸਤਲੁਜ ਦੇ ਸ਼ੁਰੂਆਤੀ ਸਥਾਨਾਂ ਨੂੰ ਅਲੱਗ ਕਰਦਾ ਹੈ। ਇੱਥੇ ਇੱਕ ਜਗ੍ਹਾ ਦਾ ਨਾਮ ਹੈ ਮਰੀਮ ਲਾਦਰਾ, ਜਿਹੜਾ ਕਿ ਇੱਥੇ ਜੀ, ਜਿਹੜਾ ਕਿ ਇਹ ਸਤਲੁਜ ਅਤੇ ਬ੍ਰਹਮਪੁੱਤਰ ਦੇ ਜਿਹੜੇ ਜਨਮ ਸਥਾਨ ਨੇ ਉਹਨਾਂ ਨੂੰ ਅਲੱਗ ਕਰਦਾ। ਸਤਲੁਜ ਇੱਧਰ ਵੱਲ ਨੂੰ ਚਲੀ ਜਾਂਦੀ ਹੈ ਅਤੇ ਬ੍ਰਹਮਪੁੱਤਰ ਇੱਧਰ ਵੱਲ ਨੂੰ ਆ ਜਾਂਦੀ ਹੈ। ਬ੍ਰਹਮਪੁੱਤਰ ਦੀ ਕੁੱਲ ਲੰਬਾਈ 2900 ਕਿਲੋਮੀਟਰ ਹੈ ਅਤੇ ਆਪਣੇ ਜਨਮ ਸਥਾਨ ਤੋਂ ਆਰੰਭਿਕ ਸਥਾਨ ਤੋਂ 1800 ਕਿਲੋਮੀਟਰ ਪੂਰਬ ਵੱਲ ਯਾਤਰਾ ਕਰਨ ਉਪਰੰਤ ਇਹ ਨਦੀ ਇੱਥੋਂ ਨਾਮਚਾ ਵਰਬਾ, ਆ ਜਗ੍ਹਾ ਇੱਥੋਂ ਨਾਮਚਾ ਵਰਬਾ
ਨੂੰ ਪਾਰ ਕਰਕੇ ਦੱਖਣ ਵੱਲ ਮੁੜ ਜਾਂਦੀ ਹੈ। ਇੱਥੇ ਇਹਦੀ ਜਿਹੜੀ ਦਿਸ਼ਾ ਹੈ ਜੀ ਉਹ ਦੱਖਣ ਵੱਲ ਹੋ ਜਾਂਦੀ ਹੈਗੀ। ਇੱਥੋਂ ਆਹ ਜਗ੍ਹਾ ਤੋਂ ਇੱਥੋਂ ਦੀ ਜਿਹੜੀ ਇੱਥੇ ਤੱਕ ਇਹਦੀ ਜਿਹੜੀ ਲੰਬਾਈ ਹੈ ਉਹ 1800 ਕਿਲੋਮੀਟਰ ਬਣ ਜਾਂਦੀ ਹੈ। ਕੁੱਲ ਲੰਬਾਈ ਇਹਦੀ 2900 ਕਿਲੋਮੀਟਰ ਹੈ। ਇਸ ਤੋਂ ਭਾਵ ਹੈ ਕਿ ਅੱਗੇ ਵੀ ਇਹ 1100 ਕਿਲੋਮੀਟਰ ਦਾ ਲੰਬਾ ਸਫ਼ਰ ਕਰਦੀ ਹੈ। ਇਹ ਨਦੀ ਗੰਗਾ ਨਦੀ ਨਾਲ ਮਿਲ ਕੇ ਸੁੰਦਰਬਨ ਡੈਲਟਾ ਬਣਾਉਂਦੀ ਹੈ। ਇਹ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਅਸਾਮ ਵਿੱਚ ਮੰਜੂਲੀ ਦੀਪ ਹੈ ਜੀ ਇੱਕ, ਜਿਹੜਾ ਕਿ ਬ੍ਰਹਮਪੁੱਤਰ ਨਦੀ ਦੇ ਵਿੱਚ ਬਣਿਆ ਹੋਇਆ ਦੀਪ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਨਦੀ ਵਿਚਲਾ ਦੀਪ ਹੈਗਾ ਮੰਜੂਲੀ ਦੀਪ। ਉਸ ਤੋਂ ਬਾਅਦ ਸੁਬਨਸਿਰੀ ਕਾਮੇਂਗ, ਧਨਸਿਰੀ ਦਿਹਾਂਗ, ਲੋਹਿਤ, ਤਿਸਤਾ, ਤੋਰਸਾ, ਮਾਨਸ ਇਹ ਬ੍ਰਹਮਪੁੱਤਰ ਨਦੀ ਦੀਆਂ ਕੁਝ ਸਹਾਇਕ ਨਦੀਆਂ ਨੇਗੀਆਂ। ਤਾਂ ਇਸ ਪਿਕਚਰ ਦੇ ਵਿੱਚ ਡਿਟੇਲ ਦਿੱਤਾ ਗਿਆ ਹੈਗਾ ਕਿੱਥੋਂ ਜਨਮ ਲੈਂਦੀ ਹੈ, ਕਿੰਨੀ ਲੰਬਾਈ ਹੈ ਅਤੇ ਕਿਹੜੀਆਂ ਸਹਾਇਕ ਨਦੀਆਂ ਨੇ। ਤਾਂ ਇਹ ਤਾਂ ਹੋ ਗਿਆ ਜੀ ਹਿਮਾਲਿਆ ਜਿਹੜਾ ਡਰੇਨੇਜ ਸਿਸਟਮ ਹੈਗਾ। ਹਿਮਾਲਿਆ ਦੇ ਬਾਰੇ ਅਸੀਂ ਪੜ੍ਹ ਲਿਆ ਚੰਗੀ ਤਰ੍ਹਾਂ। ਹਿਮਾਲਿਆ ਡਰੇਨੇਜ ਸਿਸਟਮ ਨੂੰ ਅਸੀਂ 3 ਭਾਗਾਂ ਦੇ ਵਿੱਚ ਵੰਡਿਆ ਸੀ। ਸਭ ਤੋਂ ਪਹਿਲਾਂ ਸਿੰਧ ਨਦੀ ਤੰਤਰ, ਫਿਰ ਗੰਗਾ ਨਦੀ ਤੰਤਰ ਅਤੇ ਉਸ ਤੋਂ ਬਾਅਦ ਬ੍ਰਹਮਪੁੱਤਰ ਨਦੀ ਤੰਤਰ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜੀ ਪ੍ਰਾਇਦੀਪੀ ਜਲ ਤੰਤਰ ਦੀ। ਪ੍ਰਾਇਦੀਪੀ ਨਦੀਆਂ ਹਿਮਾਲਿਆ ਨਦੀਆਂ ਤੋਂ ਉਲਟ ਹੁੰਦੀਆਂ ਨੇ, ਮੌਸਮੀ ਨਦੀਆਂ ਹੁੰਦੀਆਂ ਨੇ। ਇਹਨਾਂ ਦੇ ਵਿੱਚ ਸਾਰਾ ਸਾਲ ਹੈ ਜਿਹੜਾ ਉਹ ਪਾਣੀ ਨਹੀਂ ਰਹਿੰਦਾ। ਜਦੋਂ ਵਰਖਾ ਦੀ ਰੁੱਤ ਹੁੰਦੀ ਹੈ ਉਹਨਾਂ ਰੁੱਤਾਂ ਦੇ ਵਿੱਚ ਹੀ ਇਹਨਾਂ ਨਦੀਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਚੱਲਦਾ ਹੈਗਾ। ਅੱਗੇ ਉਸ ਸਮੇਂ ਦੇ ਵਿੱਚ ਇਹ ਵਹਿੰਦੀਆਂ ਨੇ। ਜ਼ਿਆਦਾਤਰ ਦੱਖਣ ਭਾਰਤੀ ਪ੍ਰਾਇਦੀਪੀ ਨਦੀਆਂ ਮਹਾਨਦੀ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਆਦਿ ਪੂਰਬ ਵੱਲ ਨੂੰ ਵਹਿੰਦੀਆਂ ਨੇ ਅਤੇ ਡੈਲਟੇ ਬਣਾਉਂਦੀਆਂ ਨੇ। ਮਤਲਬ ਇਸ ਤੋਂ ਭਾਵ ਹੈ ਕਿ ਇਹ ਸਾਰੀਆਂ ਜ਼ਿਆਦਾਤਰ ਨਦੀਆਂ ਬੰਗਾਲ ਦੀ ਖਾੜੀ ਦੇ ਵਿੱਚ ਡਿੱਗਦੀਆਂ ਨੇ ਇੱਧਰ ਵੱਲ ਨੂੰ, ਅਤੇ ਡਿੱਗਣ ਤੋਂ ਪਹਿਲਾਂ ਇਹ ਕੀ ਬਣਾਉਂਦੀਆਂ ਨੇ ਜੀ, ਡੈਲਟੇ ਬਣਾਉਂਦੀਆਂ ਨੇ। ਡੈਲਟਾ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਡੈਲਟਾ ਕੀ ਹੁੰਦਾ ਹੈ। ਡੈਲਟਾ ਟ੍ਰਾਇੰਗਲ ਨੂੰ ਡੈਲਟਾ ਕਿਹਾ ਜਾਂਦਾ ਹੈਗਾ। ਜਦੋਂ ਨਦੀ ਸਮੁੰਦਰ ਦੇ ਵਿੱਚ ਡਿੱਗਦੀ ਹੈ ਤਾਂ ਇੱਕ ਤ੍ਰਿਕੋਣੀ ਰੂਪ ਦੇ ਵਿੱਚ ਆਪਣਾ ਜਿਹੜਾ ਮਲਬਾ ਹੈ ਉਹ ਸਮੁੰਦਰ ਦੇ ਕਿਨਾਰੇ 'ਤੇ ਜਮ੍ਹਾਂ ਕਰ ਦਿੰਦੀ ਹੈ, ਜਿਹੜਾ ਕਿ ਇੱਕ ਟ੍ਰਾਇੰਗਲ ਦੀ ਸ਼ਕਲ ਲੈ ਲੈਂਦਾ ਹੈ। ਇਸ ਨੂੰ ਹੀ ਡੈਲਟਾ ਕਿਹਾ ਜਾਂਦਾ ਹੈਗਾ। ਅਤੇ ਇਹਨਾਂ ਤੋਂ ਉਲਟ ਨਰਮਦਾ ਅਤੇ ਤਾਪਤੀ ਨਦੀਆਂ ਦੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੁੱਖ ਨਦੀਆਂ ਨੇਗੀਆਂ ਦੱਖਣੀ ਭਾਰਤ ਦੀਆਂ ਜਾਂ ਪ੍ਰਾਇਦੀਪ ਭਾਰਤ ਦੀਆਂ, ਜਿਹੜੀਆਂ ਕਿ ਪੱਛਮ ਦਿਸ਼ਾ ਵੱਲ ਜਾਂਦੀਆਂ ਨੇ ਅਤੇ ਅਰਬ ਸਾਗਰ ਵਿੱਚ ਡਿੱਗਦੀਆਂ ਨੇ, ਐਸਚੁਰੀ ਬਣਾਉਂਦੀਆਂ ਨੇ। ਇਹ ਡੈਲਟਾ ਨਹੀਂ ਬਣਾਉਂਦੀਆਂ। ਇਸ ਤੋਂ ਬਾਅਦ ਕੁਝ ਮੇਨ ਨਦੀਆਂ ਬਾਰੇ ਜਾਣਦੇ ਹਾਂ ਜੀ ਅਸੀਂ, ਜਿਹੜੀਆਂ ਕਿ ਪ੍ਰਾਇਦੀਪੀ ਭਾਰਤ ਦੀਆਂ ਮੇਨ ਨਦੀਆਂ ਨੇ। ਸਭ ਤੋਂ ਪਹਿਲਾਂ ਜੀ ਮਹਾਨਦੀ। ਇਹ ਛੱਤੀਸਗੜ੍ਹ ਰਾਜ ਦੇ ਡੰਡਾ ਕਾਰਨੀਆ ਤੋਂ ਨਿਕਲਦੀ ਹੈ ਅਤੇ ਇਸ ਦੀ ਲੰਬਾਈ 858 ਕਿਲੋਮੀਟਰ ਹੈ। ਛੱਤੀਸਗੜ੍ਹ ਰਾਜ ਦੇ ਵਿੱਚ ਚੱਲਦੀ ਹੈ ਇਹ। ਮਹਾਨਦੀ 3 ਦਿਸ਼ਾਵਾਂ ਉੱਤਰ, ਪੱਛਮ ਅਤੇ ਦੱਖਣ ਵਾਲੇ ਪਾਸਿਓਂ ਪਹਾੜਾਂ ਨਾਲ ਘਿਰੀ ਹੁੰਦੀ ਹੈਗੀ, ਜਿਸ ਕਰਕੇ ਇਸ ਦੀਆਂ ਸਹਾਇਕ ਨਦੀਆਂ ਇਸ ਵਿੱਚ ਆ ਕੇ ਮਿਲਦੀਆਂ ਰਹਿੰਦੀਆਂ ਨੇ। ਇਬ, ਸ਼ਿਵਨਾਥ, ਮੰਡ, ਉਂਗ ਇਹ ਕੁਝ ਇਸ ਦੀਆਂ ਸਹਾਇਕ ਨਦੀਆਂ ਨੇ। ਦੂਸਰੇ ਨੰਬਰ 'ਤੇ ਅਸੀਂ ਗੋਦਾਵਰੀ, ਜਿਹੜੀ ਕਿ ਕਾਫੀ ਫੇਮਸ ਨਦੀ ਹੈ। ਗੰਗਾ ਤੋਂ ਬਾਅਦ ਭਾਰਤ ਦੀ ਦੂਸਰੀ ਸਭ ਤੋਂ ਲੰਬੀ ਨਦੀ ਗੋਦਾਵਰੀ ਹੈ ਅਤੇ ਇਸ ਨੂੰ ਬਿਰਧ ਗੰਗਾ ਜਾਂ ਦੱਖਣ ਭਾਰਤ ਦੀ ਗੰਗਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੋਦਾਵਰੀ ਨਦੀ ਮਹਾਰਾਸ਼ਟਰ ਵਿੱਚ ਬ੍ਰਹਮਗਿਰੀ ਦੀਆਂ ਪਹਾੜੀਆਂ ਵਿੱਚ ਨਾਸਿਕ ਅਤੇ ਤ੍ਰਿੰਬਕੇਸ਼ਵਰ ਤੋਂ ਨਿਕਲਦੀ ਹੈ। ਮਹਾਰਾਸ਼ਟਰ ਦੇ ਵਿੱਚ ਨਿਕਲਦੀ ਹੈ। ਇਹ ਅਸੀਂ ਮਹਾਨਦੀ ਦੀ ਗੱਲ ਕਰੀ ਸੀ, ਇਹ ਛੱਤੀਸਗੜ੍ਹ ਦੇ ਵਿੱਚ। ਗੋਦਾਵਰੀ ਮਹਾਰਾਸ਼ਟਰ ਦੇ ਵਿੱਚ ਪੈਦਾ ਹੁੰਦੀ ਹੈ, ਤ੍ਰਿੰਬਕੇਸ਼ਵਰ ਤੋਂ, ਨਾਸਿਕ ਦੀਆਂ ਪਹਾੜੀਆਂ ਤੋਂ, ਅਤੇ ਇਸ ਦੀ ਕੁੱਲ ਲੰਬਾਈ 1456 ਕਿਲੋਮੀਟਰ ਹੈ। ਅਤੇ ਇਸ ਦੀਆਂ ਕੁਝ ਮੁੱਖ ਸਹਾਇਕ ਨਦੀਆਂ ਨੇ ਜਿਹੜੀਆਂ ਉਹ ਨੇਗੀਆਂ ਪੇਨਗੰਗਾ, ਵੇਨਗੰਗਾ, ਵਾਰਦਾ, ਇੰਦਰਾਵਤੀ, ਸਾਬਰੀ, ਮੰਜਰਾ। ਉਸ ਤੋਂ ਬਾਅਦ ਜੀ ਤੀਸਰੀ ਇੰਪੋਰਟੈਂਟ ਜਿਹੜੀ ਨਦੀ ਹੈ ਉਹ ਦੱਖਣੀ ਭਾਰਤ ਦੀ, ਉਹ ਹੈ ਕ੍ਰਿਸ਼ਨਾ ਨਦੀ। ਅਤੇ ਕ੍ਰਿਸ਼ਨਾ ਨਦੀ ਬਾਰੇ ਅਸੀਂ ਦੇਖਦੇ ਹਾਂ। ਪ੍ਰਾਇਦੀਪੀ ਨਦੀਆਂ ਵਿੱਚ ਦੂਸਰੀ ਸਭ ਤੋਂ ਲੰਬੀ ਨਦੀ ਹੈ ਜਿਹੜੀ ਉਹ ਕ੍ਰਿਸ਼ਨਾ ਨਦੀ ਹੈ। ਇਹ ਪੱਛਮੀ ਘਾਟ ਵਿੱਚ ਮਹਾਬਲੇਸ਼ਵਰਮ ਤੋਂ ਪੈਦਾ ਹੁੰਦੀ ਹੈ। ਇਸ ਦੀ ਕੁੱਲ ਲੰਬਾਈ 1400 ਕਿਲੋਮੀਟਰ ਹੈ। ਕੋਇਨਾ, ਘਾਟ ਪ੍ਰਭਾ, ਭੀਮਾ, ਤੁੰਗਭਦਰਾ, ਮਾਲਾ ਪ੍ਰਭਾ, ਮੋਨੇਰੂ, ਪੰਚਗੰਗਾ ਇਹ ਕੁਝ ਇਸ ਦੀਆਂ ਮੁੱਖ ਸਹਾਇਕ ਨਦੀਆਂ ਨੇ। ਤਾਮਿਲਨਾਡੂ ਦੇ ਵਿੱਚ ਇਹ ਵਹਿੰਦੀ ਹੈ ਜੀ, ਕਰਨਾਟਕ ਤਾਮਿਲਨਾਡੂ ਦੇ ਵਿੱਚ। ਕਾਵੇਰੀ ਨਦੀ ਕਰਨਾਟਕ ਦੇ ਕੋਡਗੂ ਜ਼ਿਲ੍ਹੇ ਵਿੱਚ ਪੱਛਮੀ ਘਾਟ ਵਿੱਚ ਤਾਲ ਕਾਵੇਰੀ ਤੋਂ ਜਨਮ ਲੈਂਦੀ ਹੈ। ਕਾਵੇਰੀ ਕਰਨਾਟਕ ਦੇ ਵਿੱਚ। ਇਸ ਦੀ ਕੁੱਲ ਲੰਬਾਈ 800 ਕਿਲੋਮੀਟਰ ਹੈ।
ਹੀਰਾਨੇਗੀ, ਹੇਮਾਵਤੀ, ਅਰਕਾਵਤੀ, ਕਾਬਾਨੀ, ਅਮਰਾਵਤੀ ਇਹ ਕੁਝ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਨੇ। ਉਸ ਤੋਂ ਬਾਅਦ ਹੈ ਜੀ ਨਰਮਦਾ ਨਦੀ। ਇਹ ਕਾਫੀ ਇੰਪੋਰਟੈਂਟ ਨਦੀ ਹੈ। ਇਹ ਪੱਛਮ ਵਿੱਚ ਵਹਿਣ ਵਾਲੀ ਦੱਖਣੀ ਭਾਰਤ ਦੀ ਸਭ ਤੋਂ ਲੰਮੀ ਨਦੀ ਹੈ। ਇਹ ਮੱਧ ਪ੍ਰਦੇਸ਼ ਦੇ ਵਿੱਚ ਪੈਦਾ ਹੁੰਦੀ ਹੈ ਜੀ। ਅਮਰਕੰਟਕ ਵਿੱਚ ਨਰਮਦਾ ਕੁੰਡ ਤੋਂ ਨਿਕਲਦੀ ਹੈ ਅਤੇ ਜਿੱਥੋਂ ਇਹਦਾ ਜਨਮ ਹੁੰਦਾ ਉੱਥੋਂ ਲੈ ਕੇ ਖੰਬਾਤ ਦੀ ਖਾੜੀ ਤੱਕ ਇਸ ਦੀ ਕੁੱਲ ਲੰਬਾਈ 1312 ਕਿਲੋਮੀਟਰ ਬਣਦੀ ਹੈ। ਇਸ ਦਾ ਜਿਹੜਾ ਜਲ ਪ੍ਰਵਾਹ ਹੈ ਉਹ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਰਾਜਾਂ ਵਿੱਚ ਫੈਲਿਆ ਹੋਇਆ ਹੈਗਾ। ਇਹ ਮੱਧ ਪ੍ਰਦੇਸ਼ ਨੂੰ ਪਾਰ ਕਰਦੀ ਹੈ, ਫਿਰ ਉਸ ਤੋਂ ਬਾਅਦ ਮਹਾਰਾਸ਼ਟਰ, ਫਿਰ ਗੁਜਰਾਤ ਅਤੇ ਇਹਨਾਂ ਤਿੰਨਾਂ ਸਟੇਟਾਂ ਤੋਂ ਪਾਰ ਕਰਦੀ ਹੋਈ ਉਸ ਤੋਂ ਬਾਅਦ ਇਹ ਕਿੱਥੇ ਡਿੱਗ ਜਾਂਦੀ ਹੈ ਜੀ? ਅਰਬ ਸਾਗਰ ਦੇ ਵਿੱਚ ਡਿੱਗ ਜਾਂਦੀ ਹੈ, ਪੱਛਮ ਵੱਲ ਨੂੰ ਵਹਿੰਦੀ ਹੋਈ। ਮੱਧ ਪ੍ਰਦੇਸ਼ ਵਿੱਚ ਜਬਲਪੁਰ ਨੇੜੇ ਨਰਮਦਾ ਨਦੀ ਇੱਕ ਖੂਬਸੂਰਤ ਝਰਨਾ ਬਣਾਉਂਦੀ ਹੈ ਜਿਸ ਦਾ ਨਾਮ ਹੈ ਧੂਆਂਧਾਰ ਝਰਨਾ। ਠੀਕ ਹੈ ਜੀ। ਪੁਰਨੇਰ, ਸ਼ੱਕਰ, ਦੁੱਧੀ, ਹੀਰਾ, ਬਰਨਾ ਇਸ ਦੀਆਂ ਕੁਝ ਪ੍ਰਮੁੱਖ ਸਹਾਇਕ ਨਦੀਆਂ ਦੇ ਨਾਮ ਨੇ। ਉਸ ਤੋਂ ਬਾਅਦ ਤਾਪਤੀ ਨਦੀ, ਇਹ ਵੀ ਦੂਸਰੀ ਮੁੱਖ ਨਦੀ ਹੈ ਜਿਹੜੀ ਕਿ ਪੱਛਮ ਵੱਲ ਵਹਿੰਦੀ ਹੈ ਪ੍ਰਾਇਦੀਪ ਭਾਰਤ ਦੀ। ਇਸ ਨੂੰ ਤਾਪੀ ਵੀ ਕਿਹਾ ਜਾਂਦਾ ਹੈਗਾ। ਤਾਪਤੀ ਨਦੀ ਮੱਧ ਪ੍ਰਦੇਸ਼ ਵਿੱਚ ਬੈਤੂਲ ਜ਼ਿਲ੍ਹੇ ਦੇ ਮੂਲਤਾਈ ਨਾਮਕ ਸਥਾਨ ਤੋਂ ਨਿਕਲਦੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਪੈਦਾ ਹੁੰਦੀ ਹੈ ਬੈਤੂਲ ਜ਼ਿਲ੍ਹੇ ਵਿੱਚ, ਜਿਹੜਾ ਜਿੱਥੋਂ ਨਿਕਲਦੀ ਹੈ ਉਸ ਦਾ ਨਾਮ ਹੈ ਜੀ ਮੂਲਤਾਈ। ਤਾਪੀ ਨਰਮਦਾ ਨਦੀ ਦੇ ਨਾਲ ਨਾਲ 7 ਕਿਲੋਮੀਟਰ ਤੱਕ ਚੱਲਦੀ ਹੈ ਅਤੇ ਖੰਬਾਤ ਦੀ ਖਾੜੀ ਵਿੱਚ ਡਿੱਗਦੀ ਹੈ ਜੀ। ਠੀਕ ਹੈ ਜੀ। ਇੱਥੇ ਡਿੱਗਦੀ ਹੈ ਇਹ ਜਾ ਕੇ ਖੰਬਾਤ ਦੀ ਖਾੜੀ ਦੇ ਵਿੱਚ। ਨਰਮਦਾ ਨਦੀ ਦੇ ਪੈਰਲਲ ਚੱਲਦੀ ਹੈ ਇਹ 7 ਕਿਲੋਮੀਟਰ ਅਤੇ ਬੰਗਾਲ ਦੀ ਖਾੜੀ ਅਰਬ ਸਾਗਰ ਵਿੱਚ ਖੰਬਾਤ ਦੀ ਖਾੜੀ ਵਿੱਚ ਗੁਜਰਾਤ ਦੇ ਕੋਲ ਜਾ ਕੇ ਇਹ ਆਪਣਾ ਜਿਹੜਾ ਜਲ ਉਹ ਪ੍ਰਵਾਹ ਕਰਦੀ ਹੈ। ਇਹ ਨਦੀ ਹੈ ਇਹ ਤਾਪੀ ਨਦੀ, ਮੱਧ ਪ੍ਰਦੇਸ਼ ਦੇ ਵਿੱਚੋਂ ਪੈਦਾ ਹੁੰਦੀ ਹੈ ਜੀ ਅਤੇ ਖੰਬਾਤ ਦੀ ਖਾੜੀ ਨੇੜੇ ਅਰਬ ਸਾਗਰ ਵਿੱਚ ਡਿੱਗ ਜਾਂਦੀ ਹੈ। ਇਹ ਨਰਮਦਾ ਨਦੀ ਹੈ ਇਹ ਵਾਲੀ। ਅਤੇ ਇਹ ਦੋਨੇ ਇੰਨਾ ਜਿਹੜਾ ਹਿੱਸਾ ਹੈ 7 ਕਿਲੋਮੀਟਰ ਤੱਕ ਇਹਨਾਂ ਨੇ ਕਿਹਾ ਹੋਇਆ ਹੈਗਾ, ਇਹ ਜ਼ਿਆਦਾ ਹੋਊਗਾ ਕਿ ਇਹ ਪੈਰਲਲ ਚੱਲਦੀਆਂ ਨੇ ਜੀ ਇੱਕ ਦੂਸਰੇ ਦੇ। ਸਾਬਰਮਤੀ ਨਦੀ, ਸਾਬਰ ਅਤੇ ਹਾਥਮਤੀ ਦੋ ਨਦੀਆਂ ਤੋਂ ਮਿਲ ਕੇ ਨਦੀ ਬਣਦੀ ਹੈ, ਉਸ ਦਾ ਨਾਮ ਰੱਖਿਆ ਗਿਆ ਜੀ ਸਾਬਰਮਤੀ ਨਦੀ। ਸਾਬਰ ਅਤੇ ਹਾਥਮਤੀ ਇਹਨਾਂ ਦੋਨਾਂ ਨਦੀਆਂ ਤੋਂ ਮਿਲ ਕੇ ਇਹ ਨਦੀ ਬਣਦੀ ਹੈ। ਸਾਬਰਮਤੀ ਨਦੀ ਅਰਾਵਲੀ ਦੀਆਂ ਪਹਾੜੀਆਂ ਵਿੱਚ ਮੇਵਾੜ ਨੇੜੇ ਦੀਵਾਰ ਝੀਲ ਤੋਂ ਨਿਕਲਦੀ ਹੈ ਜੀ। ਠੀਕ ਹੈ ਜੀ। ਅਰਾਵਲੀ ਪਰਬਤ ਦੀਆਂ ਪਹਾੜੀਆਂ ਦੇ ਵਿੱਚ ਇਹ ਨਿਕਲਦੀ ਹੈ। ਇਹ ਨਦੀ ਵੀ ਨਰਮਦਾ ਅਤੇ ਤਾਪਤੀ ਦੀ ਤਰ੍ਹਾਂ ਖੰਬਾਤ ਦੀ ਖਾੜੀ ਵਿੱਚ ਡਿੱਗਦੀ ਹੈ, ਮਤਲਬ ਕਿ ਪੱਛਮ ਦੇ ਵਿੱਚ ਅਰਬ ਸਾਗਰ ਦੇ ਵਿੱਚ ਇਹ ਡਿੱਗਦੀ ਹੈਗੀ। ਇਸ ਦੀ ਜਿਹੜੀ ਲੰਬਾਈ ਹੈ ਉਹ 329 ਕਿਲੋਮੀਟਰ ਤੱਕ ਹੈ। ਹਾਥੀਮਤੀ, ਸਿੱਧੀ, ਵਾਕੁਲ, ਹਰਨਾਵ, ਮੇਸ਼ਵਾ ਇਹ ਇਸ ਦੀਆਂ ਕੁਝ ਸਹਾਇਕ ਨਦੀਆਂ ਦੇ ਨਾਮ ਨੇ। ਇਹ ਇੱਕ ਪਿਛੜਤੀ ਹੈ ਜਿਹਦੇ ਵਿੱਚ ਕਾਫੀ ਸਾਰੀਆਂ, ਜਿਵੇਂ ਕਿ ਉੱਪਰ ਤੋਂ ਸ਼ੁਰੂ ਕਰਦੇ ਹਾਂ ਜੀ ਅਸੀਂ। ਲੂਣੀ ਨਦੀ, ਹਾਂਜੀ ਇਹ ਲੂਣੀ ਨਦੀ, ਚੰਬਲ, ਨਰਮਦਾ, ਤਾਪਤੀ, ਸਰਸਵਤੀ, ਇਹ ਗੋਦਾਵਰੀ, ਇਹ ਭੀਮਾ, ਕ੍ਰਿਸ਼ਨਾ। ਠੀਕ ਹੈ ਜੀ। ਉਸ ਤੋਂ ਬਾਅਦ ਤਾਮਿਲਨਾਡੂ ਦੇ ਵਿੱਚ ਕਾਵੇਰੀ, ਕਰਨਾਟਕਾ ਦੇ ਵਿੱਚ ਵੀ ਥੋੜ੍ਹਾ ਜਿਹਾ ਹਿੱਸਾ ਇਹਦਾ। ਉਸ ਤੋਂ ਬਾਅਦ ਗੋਦਾਵਰੀ ਇਹ ਆ ਗਈ, ਇਹ ਮਹਾਨਦੀ ਆ ਗਈ। ਠੀਕ ਹੈ ਜੀ। ਇਹ ਉੱਪਰਲਾ ਜਿਹੜਾ ਗੰਗਾ ਵਗੈਰਾ ਆ ਗਈਆਂ, ਬ੍ਰਹਮਪੁੱਤਰ ਆ ਗਈ। ਇਹ ਕੁਝ ਨਦੀਆਂ ਦੀ ਜਿਹੜੀ ਲੋਕੇਸ਼ਨ ਹੈ ਉਹ ਇੱਥੇ ਦਿਖਾਈ ਗਈ ਹੈ। ਹੁਣ ਅਸੀਂ ਗੱਲ ਕਰਦੇ ਹਾਂ ਜੀ ਮਾਹੀ। ਮਾਹੀ ਨਦੀ ਮੱਧ ਪ੍ਰਦੇਸ਼ ਵਿੱਚ ਨਿਕਲਦੀ ਹੈ ਅਤੇ ਰਾਜਸਥਾਨ ਵਿੱਚੋਂ ਹੁੰਦੀ ਹੋਈ ਗੁਜਰਾਤ ਦੇ ਵਿੱਚ ਚਲੀ ਜਾਂਦੀ ਹੈ। ਇਸ ਦੀ ਜਿਹੜੀ ਲੰਬਾਈ ਹੈ ਉਹ 580 ਕਿਲੋਮੀਟਰ ਹੈ। ਉਸ ਤੋਂ ਬਾਅਦ ਲੂਣੀ ਨਦੀ, ਰਾਜਸਥਾਨ ਦੀ ਇੱਕ ਪ੍ਰਸਿੱਧ ਨਦੀ ਹੈ ਲੂਣੀ ਨਦੀ, ਜਿਹੜੀ ਕਿ ਪੁਸ਼ਕਰ ਦੇ ਵਿੱਚੋਂ ਨਿਕਲਦੀ ਹੈ। 495 ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਇਹ ਕੱਛ ਰੇਗਿਸਤਾਨ ਦੇ ਵਿੱਚ ਜਾ ਕੇ ਅਲੋਪ ਹੋ ਜਾਂਦੀ ਹੈ। ਇਸ ਤੋਂ ਭਾਵ ਹੈ ਕਿ ਇਹ ਨਦੀਆਂ ਸਮੁੰਦਰ ਦੇ ਵਿੱਚ ਨਹੀਂ ਡਿੱਗਦੀਆਂ, ਰਸਤੇ ਦੇ ਵਿੱਚ ਹੀ ਆਪਣਾ ਜਿਹੜਾ ਪਾਣੀ ਆ ਉਹ ਸੋਖ ਦਿੰਦੀਆਂ ਨੇ। ਇਹ ਪੂਰਬ ਵੱਲ ਪ੍ਰਾਇਦੀਪੀ ਭਾਰਤ ਦੀਆਂ ਜਿਹੜੀਆਂ ਨਦੀਆਂ ਨੇ ਪੂਰਬ ਵੱਲ ਵਹਿੰਦੀਆਂ ਨੇ, ਮਹਾਨਦੀ, ਸਵਰਨ ਰੇਖਾ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਅਤੇ ਇਹ ਨੇ ਜਿਹੜੀਆਂ ਪੱਛਮ ਵੱਲ ਵਹਿੰਦੀਆਂ ਨੇ ਸਾਬਰਮਤੀ, ਨਰਮਦਾ, ਤਾਪਤੀ, ਲੂਣੀ ਅਤੇ ਮਾਹੀ। ਹੁਣ ਆ ਗਿਆ ਜੀ ਤੱਟੀ ਨਦੀਆਂ, ਜਿਹੜੀਆਂ ਕਿ ਭਾਰਤ ਦੇ ਕੋਸਟਲ ਏਰੀਆਸ ਦੇ ਵਿੱਚ ਵਹਿੰਦੀਆਂ ਨੇ। ਈਸਟਰਨ ਘਾਟ ਅਤੇ ਵੈਸਟਰਨ ਘਾਟ, ਪੱਛਮੀ ਘਾਟ ਅਤੇ ਪੂਰਬੀ ਘਾਟ ਦੇ ਵਿੱਚ ਉਹਨਾਂ ਨਦੀਆਂ ਦੇ ਬਾਰੇ ਥੋੜ੍ਹਾ ਜਿਹਾ ਅਸੀਂ ਪੜ੍ਹਾਂਗੇ। ਤੱਟੀ ਨਦੀਆਂ ਭਾਰਤ ਦੇ ਸਮੁੰਦਰਾਂ, ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਦੇ ਨਾਲ ਲੱਗਦੇ ਜਿਹੜੇ ਤੱਟੀ ਖੇਤਰ ਨੇ
ਉਹਨਾਂ ਦੇ ਵਿੱਚ ਇਹ ਵਹਿੰਦੀਆਂ ਨੇਗੀਆਂ। ਇੱਕ ਮਿੰਟ ਅਸੀਂ ਆਪਾਂ ਉਹਦੇ ਮੈਪ ਬਣਾ ਕੇ ਥੋੜ੍ਹਾ ਜਿਹਾ ਸਮਝ ਲੈਂਦੇ ਹਾਂ। ਇਹ ਸਾਡਾ ਜਿਹੜਾ ਮੈਪ ਹੈ, ਇਹ ਹਿੰਦ ਮਹਾਸਾਗਰ ਦਾ ਏਰੀਆ ਹੋ ਗਿਆ ਜੀ, ਇਹ ਹੋ ਗਈ ਬੰਗਾਲ ਦੀ ਖਾੜੀ, ਇਹ ਹੋ ਗਿਆ ਅਰਬ ਸਾਗਰ। ਅਤੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੀਆਂ ਨਦੀਆਂ ਨੇਗੀਆਂ ਉਹ ਵਹਿੰਦੀਆਂ ਨੇ, ਉਹਨਾਂ ਨਦੀਆਂ ਨੂੰ ਅਸੀਂ ਕੋਸਟਲ ਰੀਵਰਸ ਦੇ ਨਾਮ ਨਾਲ ਜਾਣਦੇ ਹਾਂ, ਤਟੀ ਨਦੀਆਂ ਦੇ ਨਾਮ ਨਾਲ ਜਾਣਦੇ ਹਾਂ। ਇਹ ਨਵੀਆਂ ਨੇਗੀਆਂ, ਥੋੜ੍ਹੇ ਸਮੇਂ ਲਈ ਬਣਦੀਆਂ ਨੇ ਅਤੇ ਥੋੜ੍ਹੀਆਂ ਲੰਮੀਆਂ ਹੁੰਦੀਆਂ ਨੇ, ਮਤਲਬ ਕਿ ਇਹਨਾਂ ਦੀ ਲੰਬਾਈ ਘੱਟ ਹੁੰਦੀ ਹੈ। ਇਹਨਾਂ ਨਦੀਆਂ ਵਿੱਚ ਜਿਹੜਾ ਪਾਣੀ ਹੈ ਵਰਖਾ ਰੁੱਤ ਦੇ ਵਿੱਚ ਹੀ ਜ਼ਿਆਦਾ ਆਉਂਦਾ ਹੈਗਾ। ਮਹਾਰਾਸ਼ਟਰ ਵਿੱਚ ਵੇਲਨੁਮਾ, ਪਲਾਰ, ਗੋਆ ਵਿੱਚ ਮਾਂਡੋਵੀ, ਛਪੋਰਾ, ਕਰਨਾਟਕ ਵਿੱਚ ਨੇਤਰਾਵਤੀ, ਕਾਲੀ ਨਦੀ, ਸ਼ੇਰਾਵਤੀ, ਕੁਮਾਰਧਾਰ ਅਤੇ ਕੇਰਲ ਵਿੱਚ ਪੇਰੀਆਰ ਅਤੇ ਪੋਨਾਨੀ। ਇਹ ਕੁਝ ਨਦੀਆਂ ਨੇਗੀਆਂ ਜਿਹੜੀਆਂ ਜੀ ਪੱਛਮੀ ਘਾਟ ਦੇ ਉੱਪਰ ਵਹਿੰਦੀਆਂ ਨੇਗੀਆਂ, ਇੱਥੋਂ ਲੈ ਕੇ ਇੱਥੇ ਤੱਕ। ਅਤੇ ਪੂਰਬੀ ਘਾਟ ਦੀ ਜੇ ਅਸੀਂ ਗੱਲ ਕਰੀਏ ਤਾਂ ਪੱਛਮੀ ਬੰਗਾਲ ਵਿੱਚ ਉੱਪਰ ਸਵਰਨ ਰੇਖਾ ਇੱਧਰ, ਉਸ ਤੋਂ ਬਾਅਦ ਖਾਰਕਾਈ ਤਾਮਿਲਨਾਡੂ ਦੇ ਵਿੱਚ, ਖਾਰਕਾਈ ਅਤੇ ਸਵਰਨ ਰੇਖਾ ਪੱਛਮੀ ਬੰਗਾਲ ਦੇ ਵਿੱਚ, ਤੇਰੇ ਤਾਮਿਲਨਾਡੂ ਵਿੱਚ ਪਲਾਰ, ਵੈਗਈ ਅਤੇ ਵਸ਼ਿਸ਼ਟ ਸਵੇਤਾ ਵੈਲੀਆਰ। ਇਹ ਕੁਝ ਪੂਰਬੀ ਘਾਟ ਦੀਆਂ ਪ੍ਰਮੁੱਖ ਤੱਟੀ ਨਦੀਆਂ ਨੇ। ਉਸ ਤੋਂ ਬਾਅਦ ਅਸੀਂ ਇਨਲੈਂਡ ਡਰੇਨੇਜ ਦੀ ਗੱਲ ਕਰਦੇ ਹਾਂ। ਅੰਦਰੂਨੀ ਨਦੀ ਤੰਤਰ, ਜਿਹੜੀ ਉਹ ਨਦੀਆਂ ਜਿਹੜੀਆਂ ਕਿ ਭਾਰਤ ਦੇ ਅੰਦਰ ਪੈਦਾ ਹੁੰਦੀਆਂ ਨੇ ਅਤੇ ਸਮੁੰਦਰ ਤੱਕ ਨਹੀਂ ਪਹੁੰਚ ਪਾਉਂਦੀਆਂ, ਅਤੇ ਭਾਰਤ ਦੇ ਜਿਹੜਾ ਧਰਾਤਲੀ ਖੇਤਰ ਹੈ ਉਹਦੇ ਵਿੱਚ ਹੀ ਜਾ ਕੇ ਉਹ ਵਿਲੀਨ ਹੋ ਜਾਂਦੀਆਂ ਨੇ। ਲਗਭਗ 465 ਕਿਲੋਮੀਟਰ ਲੰਬੀ ਘੱਗਰ ਨਦੀ ਹੈ, ਇਸ ਦੀ ਸਭ ਤੋਂ ਵਧੀਆ ਮਹੱਤਵਪੂਰਨ ਉਦਾਹਰਣ ਹੈ, ਜਿਹੜੀ ਕਿ ਭਾਰਤ ਦੇ ਵਿੱਚ ਪੈਦਾ ਹੁੰਦੀ ਹੈ ਅਤੇ ਸਮੁੰਦਰ ਵਿੱਚ ਨਹੀਂ ਪਹੁੰਚ ਪਾਉਂਦੀ। ਇਸ ਤਰ੍ਹਾਂ ਲੂਣੀ ਨਦੀ ਰਾਜਸਥਾਨ ਅਤੇ ਲਦਾਖ ਵਿੱਚ ਵਗਣ ਵਾਲੀਆਂ ਕਈ ਨਦੀਆਂ ਇਸ ਤਰ੍ਹਾਂ ਇਸ ਦੀਆਂ ਉਦਾਹਰਣ ਨੇ। ਹੁਣ ਅਸੀਂ ਇੱਥੇ ਜੀ ਹਿਮਾਲਿਆ ਨਦੀਆਂ ਅਤੇ ਪ੍ਰਾਇਦੀਪ ਨਦੀਆਂ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਕ੍ਰੀਏਟ ਕੀਤਾ ਗਿਆ ਹੈਗਾ। ਜਿਵੇਂ ਕਿ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਕਿ ਹਿਮਾਲਿਆ ਨਦੀਆਂ ਪਹਾੜਾਂ ਵਿੱਚੋਂ ਨਿਕਲਦੀਆਂ ਨੇ, ਉਹ ਪਠਾਰਾਂ ਵਿੱਚੋਂ ਨਿਕਲਦੀਆਂ ਨੇ ਜਾਂ ਪਹਾੜੀਆਂ ਦੇ ਵਿੱਚੋਂ। ਇਹ ਨਦੀਆਂ ਦੇ ਜਨਤੰਤਰ ਨੇ ਜਿਹੜੇ ਵੱਡੇ ਨੇ, ਹਿਮਾਲਿਆ ਨਦੀਆਂ ਦੇ ਬੇਸਿਨ ਨੇ। ਪ੍ਰਾਇਦੀਪੀ ਨਦੀਆਂ ਦੇ ਬੇਸਿਨ ਨੇ ਜਿਹੜੇ ਉਹ ਛੋਟੇ ਨੇ। ਹਿਮਾਲਿਆ ਨਦੀਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਸਾਰਾ ਸਾਲ ਰਹਿੰਦਾ ਹੈਗਾ, ਕਿਉਂਕਿ ਬਰਫ਼ ਪਿਘਲਦੀ ਰਹਿੰਦੀ ਹੈ। ਅਤੇ ਪ੍ਰਾਇਦੀਪ ਨਦੀਆਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਵਰਖਾ ਰੁੱਤ ਦੇ ਵਿੱਚ ਹੀ ਆਉਂਦਾ ਹੈ। ਹਿਮਾਲਿਆ ਨਦੀਆਂ ਦੀ ਜਿਹੜੀ ਢਲਾਣ ਹੈ ਉਹ ਤਿੱਖੀ ਹੋਣ ਕਰਕੇ ਉਹ ਡੂੰਘੀਆਂ ਖੱਡਾਂ ਦੇ ਵਿੱਚ ਵਹਿੰਦੀਆਂ ਨੇ, ਜਦੋਂ ਕਿ ਪ੍ਰਾਇਦੀਪੀ ਜਿਹੜੀਆਂ ਨਦੀਆਂ ਹੁੰਦੀਆਂ ਨੇ ਉਹਨਾਂ ਦੀਆਂ ਦਰਾੜ ਘਾਟੀਆਂ ਤੰਗ ਹੁੰਦੀਆਂ ਨੇ ਅਤੇ ਜ਼ਿਆਦਾ ਡੂੰਘੀਆਂ ਨਹੀਂ ਹੁੰਦੀਆਂ, ਸੌੜੀਆਂ ਹੁੰਦੀਆਂ ਨੇ। ਇਹ ਨਦੀਆਂ, ਹਿਮਾਲਿਆ ਨਦੀਆਂ ਆਪਣੀ ਜਵਾਨ ਅਵਸਥਾ ਵਿੱਚ ਨੇ, ਮਤਲਬ ਕਿ ਹਲੇ ਬੁੱਢੀਆਂ ਨਹੀਂ ਹੋਈਆਂ, ਜਦੋਂ ਕਿ ਪ੍ਰਾਇਦੀਪੀ ਭਾਰਤ ਦੀਆਂ ਨਦੀਆਂ ਉਹ ਬੁੱਢੀ ਅਵਸਥਾ ਦੇ ਵਿੱਚ ਚਲੀਆਂ ਗਈਆਂ। ਹਿਮਾਲਿਆ ਦੀਆਂ ਨਦੀਆਂ ਨੇ ਜਿਹੜੀਆਂ ਜ਼ਿਆਦਾਤਰ ਸਾਰੀਆਂ ਲਗਭਗ ਉਹ ਡੈਲਟੇ ਬਣਾਉਂਦੀਆਂ ਨੇ, ਜਿਵੇਂ ਗੰਗਾ, ਬ੍ਰਹਮਪੁੱਤਰ, ਸੁੰਦਰਬਨ ਡੈਲਟਾ ਬਣਾਉਂਦੀ ਹੈ। ਉਹ ਇਸ ਤੋਂ ਇਲਾਵਾ ਪ੍ਰਾਇਦੀਪੀ ਭਾਰਤ ਦੀਆਂ ਜਿਹੜੀਆਂ ਨਦੀਆਂ ਨੇ ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਨਦੀਆਂ ਇਹ ਡੈਲਟਾ ਬਣਾਉਂਦੀਆਂ ਨੇ, ਅਤੇ ਨਰਮਦਾ ਦੇ ਤਾਪਤੀ ਐਸਚੁਰੀ ਬਣਾਉਂਦੀਆਂ ਨੇ। ਉਸ ਤੋਂ ਬਾਅਦ ਭਾਰਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਝੀਲਾਂ ਵੀ ਪਾਈਆਂ ਜਾਂਦੀਆਂ ਨੇ, ਇਹ ਵੀ ਡਰੇਨੇਜ ਬੇਸਨ ਦੇ ਵਿੱਚ ਹੀ ਆਉਂਦੀਆਂ ਨੇ। ਜਿਵੇਂ ਕਿ ਪ੍ਰਮੁੱਖ ਝੀਲਾਂ ਭਾਰਤ ਦੇ ਵਿੱਚ ਅਸ਼ਟਾਮੁਦੀ, ਭੀਮਤਾਲ, ਚੰਦਰਤਾਲ, ਚਿਲਕਾ, ਡੱਲ, ਦੇਵਾਰ, ਹਿਮਾਇਤ ਸਾਗਰ, ਹੁਸੈਨ ਸਾਗਰ, ਕਾਲੀ ਵੇਈ, ਖਜਿਆਰ, ਕੋਲੇਰੋ, ਲੋਕਤਾਲ, ਉਸਮਾਨ ਸਾਗਰ, ਪੌਨਗੋਂਗਸੋਂ, ਪੁਲੀਕਟ, ਪੁਸ਼ਕਰ, ਰੇਣੂਕਾ, ਰੂਪਕੁੰਡ ਸਾਗਰ, ਸਸਟਮਕੋਟਾ, ਸਤਤਾਲ, ਸੂਰਜਤਾਲ, ਬੈਵਾਨੰਦ ਅਤੇ ਵੂਲਰ ਆਦਿ ਪ੍ਰਮੁੱਖ ਨੇਗੀਆਂ। ਝੀਲਾਂ ਦਾ ਪਾਣੀ ਵਰਖਾ ਤੋਂ ਮਿਲਦਾ ਜਾਂ ਫਿਰ ਗਲੇਸ਼ੀਅਰ ਦੀ ਬਰਫ਼ ਪਿਘਲਣ ਨਾਲ ਝੀਲਾਂ ਨੂੰ ਮਿਲਦਾ ਹੈਗਾ। ਜੰਮੂ ਕਸ਼ਮੀਰ ਵਿੱਚ ਡੱਲ ਅਤੇ ਵੂਲਰ ਝੀਲ ਸਰਦੀਆਂ ਵਿੱਚ ਇੰਨਾ ਕੁ ਟੈਂਪਰੇਚਰ ਇੱਥੇ ਡਾਊਨ ਹੋ ਜਾਂਦਾ ਹੈ ਕਿ ਇਹ ਜੰਮ ਜਾਂਦੀਆਂ ਨੇ। ਅਤੇ ਕਈ ਝੀਲਾਂ ਮਨੁੱਖ ਦੁਆਰਾ ਵੀ ਬਣਾਈਆਂ ਗਈਆਂ ਨੇ, ਜਿਵੇਂ ਕਿ ਭਾਖੜਾ ਡੈਮ ਦੇ ਪਿੱਛੇ ਜਿਹੜਾ ਗੋਬਿੰਦ ਸਾਗਰ ਝੀਲ ਬਣੀ ਹੋਈ ਹੈ ਉਹ ਮਨੁੱਖ ਦੁਆਰਾ ਬਣਾਈ ਗਈ ਹੈ, ਤਾਂ ਕਿ ਉੱਥੇ ਪਾਣੀ ਇਕੱਠਾ ਕਰਕੇ ਅੱਗੇ ਬਿਜਲੀ ਪੈਦਾ ਕੀਤੀ ਜਾ ਸਕੇ। ਰਾਜਸਥਾਨ ਵਿੱਚ ਸਾਂਬਰ ਝੀਲ ਖਾਰੇ ਪਾਣੀ ਦੀ ਝੀਲ ਹੈ ਅਤੇ ਸੈਰ ਸਪਾਟੇ ਦੇ ਲਿਹਾਜ਼ ਨਾਲ ਇਹ ਝੀਲਾਂ ਬਹੁਤ ਮਹੱਤਵਪੂਰਨ ਹਨ। ਉਸ ਤੋਂ ਬਾਅਦ ਇੱਕ ਮੈਪ ਦਿੱਤਾ ਗਿਆ ਸੀ ਜਿਸ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਝੀਲਾਂ ਨੇ ਉਹਨਾਂ ਨੂੰ ਦਰਸਾਇਆ ਗਿਆ ਹੈਗਾ ਅਲੱਗ-ਅਲੱਗ ਕਲਰ ਦੇ ਵਿੱਚ। ਇਹ ਤੁਸੀਂ ਥੋੜ੍ਹਾ ਧਿਆਨ ਨਾਲ ਇਸ ਨੂੰ ਦੇਖ ਲੈਣਾ, ਤੁਹਾਡੀ ਬੁੱਕ ਦੇ ਵਿੱਚ ਵੀ ਇਹ ਮੈਪ ਤੁਹਾਨੂੰ ਦੇਖਣ ਨੂੰ ਮਿਲ ਜਾਏਗਾ। ਉਸ ਤੋਂ ਬਾਅਦ ਭਾਰਤ ਦੀ ਆਰਥਿਕਤਾ ਦੇ ਵਿੱਚ ਨਦੀਆਂ ਦੀ ਭੂਮਿਕਾ ਬਾਰੇ ਅਸੀਂ ਪਹਿਲਾਂ ਤੋਂ ਹੀ ਜਾਣੂ ਹਾਂ। ਇਹਦੇ ਬਾਰੇ ਜ਼ਿਆਦਾ ਡਿਟੇਲ ਦੇ ਵਿੱਚ ਪੜ੍ਹਨ ਦੀ ਸਾਨੂੰ ਲੋੜ ਨਹੀਂ, ਕਿਉਂਕਿ ਸਾਨੂੰ ਸਭ ਕੁਝ ਪਤਾ ਹੈ ਕਿ ਸ਼ੁਰੂ ਤੋਂ ਹੀ ਜਿਹੜੀਆਂ ਸਾਡੀਆਂ ਸੱਭਿਅਤਾਵਾਂ ਨੇ ਉਹ ਨਦੀਆਂ ਦੇ ਕਿਨਾਰੇ
ਵਸੀਆਂ ਹੋਈਆਂ ਨੇਗੀਆਂ, ਕਿਉਂਕਿ ਨਦੀਆਂ ਸਾਡੀ ਆਰਥਿਕਤਾ ਦਾ ਇੱਕ ਮਹੱਤਵਪੂਰਨ ਸਾਧਨ ਨੇ। ਨਦੀਆਂ ਨਾਲ ਸਾਡੀ ਜ਼ਿੰਦਗੀ ਹਰ ਪੱਖ ਤੋਂ ਜੁੜੀ ਹੋਈ ਹੈ ਅਤੇ ਸਾਨੂੰ ਜਿਉਣ ਲਈ ਹਰ ਤਰ੍ਹਾਂ ਦੇ ਕੰਮ ਕਰਨ ਲਈ ਪਾਣੀ ਦੀ ਜ਼ਰੂਰਤ ਹੈ ਉਹ ਪੈਂਦੀ ਹੈ। ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਪਣ ਬਿਜਲੀ ਘਰ ਨੇ ਉਹ ਨਦੀਆਂ ਦੇ ਕਿਨਾਰਿਆਂ 'ਤੇ ਉਸਾਰੇ ਗਏ ਨੇ। ਬਹੁਤ ਸਾਰੇ ਜਿਹੜੇ ਕਾਰਖਾਨੇ ਨੇ ਉਹ ਨਦੀਆਂ ਦੇ ਕਿਨਾਰਿਆਂ 'ਤੇ ਲੱਗੇ ਹੋਏ ਨੇਗੇ, ਅਤੇ ਜਲ ਮਾਰਗਾਂ ਦੇ ਤੌਰ 'ਤੇ ਵੀ ਭਾਰਤ ਦੀਆਂ ਜਿਹੜੀਆਂ ਨਦੀਆਂ ਨੂੰ ਉਹ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਹਨਾਂ ਸਾਰੇ ਜਿਹੜੇ ਬੈਨੀਫਿਟਸ ਨੇ ਲੈਣ ਤੋਂ ਬਾਅਦ ਵੀ ਅਸੀਂ ਬਹੁਤ ਸਾਰਾ ਜਿਹੜਾ ਪ੍ਰਦੂਸ਼ਣ ਹੈ ਉਹ ਨਦੀਆਂ ਦੇ ਵਿੱਚ ਕਰ ਦਿੰਦੇ ਹੈਗੇ, ਜਿਸ ਨਾਲ ਨਦੀਆਂ ਦਾ ਪਾਣੀ ਹੈ ਜਿਹੜਾ ਉਹ ਦਿਨੋਂ ਦਿਨ ਖਰਾਬ ਹੋ ਰਿਹਾ ਹੈ, ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਦੁਆਰਾ ਬਹੁਤ ਸਾਰੇ ਜਿਹੜੇ ਕੰਮ ਨੇ ਕੀਤੇ ਗਏ ਨੇ ਨਦੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ, ਪਰ ਸਾਨੂੰ ਵੀ ਇਸ ਦੇ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਜਿਵੇਂ ਕਿ ਨਦੀਆਂ ਦੇ ਸਾਫ਼ ਪਾਣੀ ਦੇ ਵਿੱਚ ਕੀਟਨਾਸ਼ਕ, ਸੀਵਰੇਜ, ਨਦੀਨਨਾਸ਼ਕ, ਕੁੱਲੀਨਾਸ਼ਕ, ਇਹ ਸਾਰਾ ਜਿਹੜਾ ਗੰਦਾ ਪਾਣੀ ਹੈ ਉਹ ਨਹੀਂ ਮਿਲਾਉਣਾ ਚਾਹੀਦਾ। ਖੇਤੀਬਾੜੀ ਦੇ ਵਿੱਚ ਸਾਨੂੰ ਪੈਸਟੀਸਾਈਡ ਦੀ ਵਰਤੋਂ ਜਿਹੜੀ ਉਹ ਘੱਟ ਕਰਨੀ ਚਾਹੀਦੀ ਹੈ, ਰੇਹਾਂ ਸਪਰੇਹਾਂ ਦੀ, ਠੀਕ ਹੈ, ਕਿਉਂਕਿ ਇਹ ਜਿਹੜਾ ਪਾਣੀ ਆ ਉਹ ਕਿਵੇਂ ਨਾ ਕਿਵੇਂ ਜਾ ਕੇ ਨਦੀਆਂ ਦੇ ਵਿੱਚ ਮਿਲ ਜਾਂਦਾ ਹੈਗਾ, ਅਤੇ ਨਦੀਆਂ ਸਮੁੰਦਰ ਦੇ ਵਿੱਚ ਮਿਲਦੀਆਂ ਨੇ। ਅਤੇ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਜ਼ਹਿਰੀਲੇ ਪਦਾਰਥ ਨੇ, ਆਰਸੈਨਿਕ, ਕੋਡਮੀਅਮ, ਤਾਂਬਾ, ਸਿੱਕਾ, ਮੈਗਨੀਸ਼ੀਅਮ, ਪਾਰਾ, ਨਿਕਲ, ਜ਼ਿੰਕ, ਇਹ ਵੀ ਬਹੁਤ ਸਾਰੇ ਜਿਹੜੇ ਅਸੀਂ ਜਦੋਂ ਪਾਣੀ ਦੇ ਵਿੱਚ ਇਸ ਨੂੰ ਬਹਾ ਦਿੰਦੇ ਹਾਂ ਤਾਂ ਇਹ ਬਹੁਤ ਬਿਮਾਰੀਆਂ ਦਾ ਕਾਰਨ ਬਣਦੇ ਨੇ। ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਨੇ ਵੱਡੇ ਪੱਧਰ 'ਤੇ ਕੁਝ ਕਦਮ ਚੁੱਕੇ ਨੇ। ਜਿਵੇਂ ਅਪ੍ਰੈਲ 1986 ਦੇ ਵਿੱਚ ਗੰਗਾ ਐਕਸ਼ਨ ਪਲਾਨ ਬਣਾਇਆ ਗਿਆ ਸੀ, ਜਿਸ ਨੂੰ ਜਾਰੀ ਰੱਖਦੇ ਹੋਏ ਸਾਡੀ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਉਸਨੇ 2009 ਵਿੱਚ ਗੰਗਾ ਬੇਸਿਨ ਅਥਾਰਟੀ ਦਾ ਨਿਰਮਾਣ ਕੀਤਾ ਸੀ, ਅਤੇ 2015 ਵਿੱਚ ਕੇਂਦਰ ਸਰਕਾਰ ਨੇ ਗੰਗਾ ਨਦੀ ਨੂੰ ਸਾਫ਼ ਕਰਨ ਦੇ ਲਈ ਮਹੱਤਵਪੂਰਨ ਕਦਮ ਚੁੱਕੇ ਸੀ, ਅਤੇ ਇਸ ਯੋਜਨਾ ਵਿੱਚ ਪੰਜਾਬ ਦੇ ਸਤਲੁਜ ਦਰਿਆ ਦੀ ਸਾਫ਼ ਸਫਾਈ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਤਾਂ ਇਹ ਸੀ ਸਾਡਾ ਜੀ ਅੱਜ ਦਾ ਲੈਸਨ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਵੇਗਾ। ਤਾਂ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਨੂੰ ਲਾਈਕ ਕਰੋਗੇ, ਜੇ ਕੁਝ ਨਹੀਂ ਸਮਝ ਆਇਆ ਤਾਂ ਕਮੈਂਟ ਕਰੋਗੇ, ਅਤੇ ਦੂਸਰੇ ਬੱਚਿਆਂ ਨੂੰ ਇਹ ਜਿਹੜਾ ਲੈਸਨ ਹੈ ਉਹ ਸ਼ੇਅਰ ਕਰੋਗੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਇਸ ਲੈਸਨ ਦਾ ਜਿਹੜਾ ਬੈਨੀਫਿਟ ਹੈ ਉਹ ਲੈ ਸਕਣ। ਨਵਾਂ ਲੈਸਨ ਲੈ ਕੇ ਤੁਹਾਡੇ ਸਾਹਮਣੇ ਜਲਦ ਪੇਸ਼ ਹੋਵਾਂਗੇ। ਤਦ ਤੱਕ ਦੇ ਲਈ ਧੰਨਵਾਦ। ਹੁਣ ਅਸੀਂ ਜੀ ਅਗਲੇ ਚੈਪਟਰ ਦੀ ਬਹੁਤ ਜਲਦੀ ਪੇਸ਼ਕਾਰੀ ਕਰਾਂਗੇ, ਤਾਂ ਦੇਖਦੇ ਰਹੋ ਸਾਡਾ ਚੈਨਲ ਗਗਨ ਐਜੂਕੇਸ਼ਨ ਹੋਮ।